ਹੈਲੋ ਡੀਅਰ ਸਟੂਡੈਂਟਸ, ਅੱਜ ਦਾ ਜਿਹੜਾ ਆਪਣਾ ਫਿਜ਼ਿक्स ਦਾ ਵੀਡੀਓ ਲੈਕਚਰ ਹੋਣ ਵਾਲਾ ਹੈ ਦੈਟ ਇਜ਼ ਵੈਰੀ ਇੰਪॉर्टेंट। ਸਿਰਫ ਦੋ ਟੌਪਿਕਸ ਕਵਰ ਕਰਨੇ ਆਪਾਂ ਅੱਜ ਦੇ ਇਸ ਵੀਡੀਓ ਲੈਕਚਰ 'ਚ, ਰਾਈਟ, ਬਿਕॉज ਬਹੁਤ ਇੰਪॉर्टेंट ਨੇ ਦੋਨੋਂ ਹੀ ਟੌਪਿਕਸ। ਸੋ ਇਸ ਕਰਕੇ ਸਿਰਫ ਮੈਂ ਦੋ ਟੌਪਿਕਸ ਕਵਰ ਕਰ ਰਿਹਾ। ਬਹੁਤ ਸਾਰੇ ਟੌਪਿਕਸ ਅੱਜ ਦੇ ਇਸ ਵੀਡੀਓ ਲੈਕਚਰ 'ਚ ਆਪਾਂ ਨਹੀਂ ਇਨਕਲੂਡ ਕਰਾਂਗੇ, ਠੀਕ ਹੈ। ਬਟ ਇਹ ਹੈ ਕਿ ਇਹ ਜਿਹੜੇ ਦੋ ਟੌਪਿਕਸ ਨੇ ਪ੍ਰੋਪਰਲੀ ਤੁਹਾਨੂੰ ਸਮਝ ਲੱਗਣੇ ਚਾਹੀਦੇ ਨੇ, ਕਨਸੈਪਚੁਅਲੀ ਵੀ ਐਂਡ ਜੋ ਵੀ ਆਪਾਂ ਮੈਥਮੈਟੀਕਲ ਡੈਰੀਵੇਸ਼ਨ ਕਰਾਂਗੇ ਉਹ ਵੀ, ਠੀਕ ਹੈ। ਸੋ ਦੇਖਦੇ ਹਾਂ ਆਪਾਂ ਕੀ ਪੜ੍ਹਨਾ ਅੱਜ ਦੇ ਵੀਡੀਓ ਲੈਕਚਰ 'ਚ। ਟੌਪਿਕ ਹੈਗਾ ਆਪਣਾ ਐਡਿੰਗ ਐਨੀ ਟੂ ਵੈਕਟਰਸ। ਦੇਖੋ ਜਿਹੜੇ ਆਪਣੇ ਪ੍ਰੀਵੀਅਸ ਵੀਡੀਓ ਲੈਕਚਰਸ ਰਹੇ ਨੇ ਉਹ 'ਚ ਆਪਾਂ ਇੱਕ ਤਾਂ ਆਹ ਗੱਲ ਆਲਰੇਡੀ ਕਰ ਚੁੱਕੇ ਹਾਂ ਕਿ ਕੋਈ ਵੀ ਦੋ ਵੈਕਟਰਸ ਜੇ ਸੇਮ ਡਾਇਰੈਕਸ਼ਨ 'ਚ ਪੁਆਇੰਟ ਕਰ ਰਹੇ ਹੋਣ ਫਿਰ ਆਪਾਂ ਕਿਵੇਂ ਦੋਨਾਂ ਨੂੰ ਐਡ ਅਪ ਕਰਦੇ ਹਾਂ, ਜਸਟ ਡਾਇਰੈਕਟਲੀ ਦੋਨਾਂ ਨੂੰ ਪਲੱਸ ਕਰ ਦਿਓ, ਰਾਈਟ। ਫੋਰ ਐਗਜ਼ਾਮਪਲ ਮੰਨ ਲਓ ਦੋ ਫੋਰਸਿਸ ਨੇ, ਡਾਇਰੈਕਸ਼ਨ ਦੋਨਾਂ ਦੀ ਸੇਮ ਹੈ। ਇੱਕ ਫੋਰਸ ਹੈਗੀ ਹੈ ਦੈਟ ਇਜ਼ ਇਹਦਾ ਮੈਗਨੀਟਿਊਡ ਹੈਗਾ 5 ਨਿਊਟਨ ਦਾ, ਐਂਡ ਜਿਹੜੀ ਦੂਸਰੀ ਫੋਰਸ ਹੈ ਉਹਦਾ ਮੈਗਨੀਟਿਊਡ ਲੈਟਸ ਸਪੋਜ਼ ਹੈਗਾ 10 ਨਿਊਟਨ ਦਾ। ਓਵਰਆਲ ਫੋਰਸ ਕਿੰਨੀ ਹੋ ਜੂਗੀ 15 ਨਿਊਟਨਸ, ਵੈਰੀ ਈਜ਼ੀ। ਸਿਮਿਲਰਲੀ ਜੇ ਡਾਇਰੈਕਸ਼ਨ ਇਹਨਾਂ ਦੋਨਾਂ ਦੀ ਆਪੋਜ਼ਿਟ ਹੋਵੇ, ਇੱਕ ਫੋਰਸ ਮੈਂ ਜਸਟ ਇੱਕ ਐਗਜ਼ਾਮਪਲ ਲੈ ਰਿਹਾ, ਕੋਈ ਵੀ ਵੈਕਟਰ ਹੋ ਸਕਦਾ, ਰਾਈਟ। ਆਪਾਂ ਜਨਰਲ ਵੈਕਟਰਸ ਦੀ ਗੱਲ ਕਰ ਰਹੇ ਹਾਂ, ਵੈਕਟਰ ਕੋਈ ਵੀ ਹੈ, ਡਿਸਪਲੇਸਮੈਂਟ, ਵੈਲੋਸਿਟੀ, ਫੋਰਸ ਕੁਝ ਵੀ ਹੋ ਸਕਦਾ। ਜਸਟ ਮੈਂ ਇੱਕ ਪਰਟੀਕੂਲਰ ਐਗਜ਼ਾਮਪਲ ਲੈ ਲਈ ਫੋਰਸ ਦੀ, ਠੀਕ ਹੈ। ਲੈਟਸ ਸਪੋਜ਼ ਇੱਕ ਫੋਰਸ ਹੈਗੀ ਹੈ 5 ਨਿਊਟਨ ਦੀ ਐਂਡ ਉਸੇ ਇੱਕ ਪਰਟੀਕੂਲਰ ਆਬਜੈਕਟ 'ਤੇ ਲੈਟਸ ਸਪੋਜ਼ 10 ਨਿਊਟਨ ਦੀ ਫੋਰਸ ਲੱਗ ਰਹੀ ਹੈ ਪਰ ਉਲਟੀ ਡਾਇਰੈਕਸ਼ਨ 'ਚ, ਰਾਈਟ। ਲੈਟਸ ਸਪੋਜ਼ ਇਹ ਕੋਈ ਟੇਬਲ ਹੈ, ਇੱਕ ਪਰਸਨ ਇੱਧਰੋਂ ਪੁਸ਼ ਕਰ ਰਿਹਾ, ਇੱਕ ਪਰਸਨ ਇੱਧਰੋਂ ਪੁਸ਼ ਕਰ ਰਿਹਾ। ਆਹ 5 ਨਿਊਟਨ ਦੀ ਫੋਰਸ ਹੈ, ਲੈਟਸ ਸਪੋਜ਼ ਆਹ ਹੈਗੀ ਹੈ 10 ਨਿਊਟਨ ਦੀ ਫੋਰਸ। ਹੁਣ ਦੋਨਾਂ ਦਾ ਜੇ ਰਿਜ਼ਲਟੈਂਟ ਪਤਾ ਕਰਨਾ ਹੈ ਤਾਂ ਆਪਾਂ ਨੂੰ ਕੀ ਕਰਨਾ ਪਊਗਾ, ਦੋਨਾਂ ਨੂੰ ਐਡ ਅਪ 15 ਨਿਊਟਨ, ਬਿਲਕੁਲ ਨਹੀਂ, ਦੋਨਾਂ ਨੂੰ ਆਪਾਂ ਕੀ ਕਰਾਂਗੇ ਮਾਈਨਸ ਕਰਾਂਗੇ, ਹੈ ਨਾ। ਦੈਟ ਮੀਨਸ ਫੋਰ ਐਗਜ਼ਾਮਪਲ ਲੈਟਸ ਸਪੋਜ਼ ਜਿਵੇਂ ਆਹ ਵਾਲੀ ਐਕਸਿਸ ਨੂੰ ਪੋਜ਼ਿਟਿਵ ਮੰਨਿਆ ਹੋਇਆ, ਸੋ 5 ਨਿਊਟਨ ਮਾਈਨਸ 10 ਨਿਊਟਨ ਐਂਡ ਯੋਰ ਆਂਸਰ ਇਜ਼ -5 ਨਿਊਟਨਸ, ਹੈ ਨਾ। ਮਾਈਨਸ ਇੱਥੇ ਕੀ ਸ਼ੋ ਕਰ ਰਿਹਾ, ਡਾਇਰੈਕਸ਼ਨ ਸ਼ੋ ਕਰ ਰਿਹਾ। ਦੈਟ ਮੀਨਸ ਓਵਰਆਲ ਜਿਹੜਾ ਟੇਬਲ ਹੈਗਾ ਉਹ ਨੈਗੇਟਿਵ ਐਕਸਿਸ ਦੇ ਵੱਲ ਮੂਵ ਕਰੂਗਾ, ਹੈ ਨਾ। ਨੈਗੇਟਿਵ ਐਕਸਿਸ ਕੋਈ ਕਿਹੜੀ ਹੋਈ, ਜੇ ਪੋਜ਼ਿਟਿਵ ਇੱਧਰ ਵਾਲੀ ਹੈ ਤਾਂ ਨੈਗੇਟਿਵ ਹੋਊਗੀ ਆਹ ਵਾਲੀ ਐਕਸਿਸ। ਆਫ ਕੋਰਸ ਉਸ ਡਾਇਰੈਕਸ਼ਨ 'ਚ ਮੂਵ ਹੋਊਗਾ ਬਿਕੋਜ਼ 10 ਨਿਊਟਨ ਵਾਲੀ ਫੋਰਸ ਜ਼ਿਆਦਾ ਹੈ। ਇਹ ਸਭ ਆਲਰੇਡੀ ਆਪਾਂ ਡਿਸਕਸ ਕਰ ਚੁੱਕੇ ਹਾਂ ਜੋ, ਹੈ ਨਾ। ਸਿਮਿਲਰਲੀ ਜਿਹੜਾ ਆਪਣਾ ਪ੍ਰੀਵੀਅਸ ਵੀਡੀਓ ਲੈਕਚਰ ਸੀ ਉਹ 'ਚ ਆਪਾਂ ਗੱਲ ਕੀਤੀ ਸੀਗੀ ਕਿ ਜੇ ਦੋ ਲੈਟਸ ਸੇ ਵੈਕਟਰਸ ਇੱਕ ਦੂਸਰੇ ਦੇ ਪਰਪੈਂਡੀਕੂਲਰ ਹੋਣ, ਮੰਨ ਲਓ ਇਹ ਵੈਕਟਰ ਗਿਵਨ ਹੈ, ਆਹ ਬੀ ਵੈਕਟਰ ਹੈ, ਦੈਨ ਇੱਦਾਂ ਦੇ ਕੇਸ 'ਚ ਜਿਹੜਾ ਰਿਜ਼ਲਟੈਂਟ ਹੁੰਦਾ ਉਹਦਾ ਮੈਗਨੀਟਿਊਡ ਆਪਾਂ ਕਿਵੇਂ ਪਤਾ ਕਰਦੇ ਹਾਂ, ਇਹ ਵੀ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਪਾਇਥਾਗੋਰਸ ਥਿਊਰਮ ਆਪਾਂ ਯੂਜ਼ ਕੀਤੀ ਸੀ ਲਾਸਟ ਵੀਡੀਓ ਲੈਕਚਰ 'ਚ। r² that is equals to a² plus b², or I can write r ਦਾ ਜਿਹੜਾ ਮੈਗਨੀਟਿਊਡ ਹੈ ਬੇਸਿਕਲੀ that can be written as r is equals to a² plus b² total the under root, ਹੈ ਨਾ। ਇਹ ਤਾਂ ਸਾਰੇ ਸਿੰਪਲੈਸਟ ਕੇਸਿਸ ਨੇ ਜਦੋਂ ਦੋ ਵੈਕਟਰਸ ਇੱਕ ਦੂਸਰੇ ਦੇ ਪੈਰਲਲ ਹੋਣ ਜਾਂ ਫਿਰ ਪਰਪੈਂਡੀਕੂਲਰ ਹੋਣ। ਲੇਕਿਨ ਵਟ ਅਬਾਊਟ ਜੇ ਦੋ ਵੈਕਟਰਸ ਨਾ ਤਾਂ ਪੈਰਲਲ ਨੇ ਐਂਡ ਨਾ ਹੀ ਪਰਪੈਂਡੀਕੂਲਰ ਨੇ, ਦੈਨ ਉਹਨਾਂ ਨੂੰ ਆਪਾਂ ਕਿੱਦਾਂ ਐਡਅਪ ਕਰ ਸਕਦੇ ਹਾਂ। ਫੋਰ ਐਗਜ਼ਾਮਪਲ ਲੈਟਸ ਸਪੋਜ਼ ਇੱਕ ਵੈਕਟਰ ਆਪਾਂ ਕੋਲ ਆਵਲਾ ਹੈਗਾ a ਵੈਕਟਰ, ਇੱਕ ਸੀਗਾ ਗ੍ਰੀਨ ਵਾਲਾ ਵੈਕਟਰ, ਰਾਈਟ, ਦੈਟ ਇਜ਼ ਦ ਬੀ ਵੈਕਟਰ। ਦੋਨਾਂ ਦਾ ਰਿਜ਼ਲਟੈਂਟ ਮੈਂ ਇੱਥੇ ਆ ਸ਼ੋ ਕੀਤਾ ਹੋਇਆ ਰੈਡ ਵਾਲਾ ਆਰ ਵੈਕਟਰ। ਹੁਣ ਇਹਨਾਂ ਦੋਨਾਂ ਦੀ ਜੇ ਵੈਲਿਊ ਸਾਨੂੰ ਪਤਾ ਹੈ, ਲੈਟਸ ਸਪੋਜ਼ ਇਹਦਾ ਮੈਗਨੀਟਿਊਡ ਤੁਹਾਨੂੰ ਗਿਵਨ ਹੈਗਾ 5 ਨਿਊਟਨਸ ਐਂਡ ਬੀ ਵੈਕਟਰ ਦਾ ਮੈਗਨੀਟਿਊਡ ਤੁਹਾਨੂੰ ਗਿਵਨ ਹੈ 20 ਨਿਊਟਨਸ। ਹੁਣ ਜਿਹੜਾ ਰਿਜ਼ਲਟੈਂਟ ਹੈ ਇਹ ਕਿੰਨੇ ਨਿਊਟਨਸ ਦੀ ਫੋਰਸ ਨੂੰ ਰਿਪਰੈਜ਼ੈਂਟ ਕਰੇਗਾ, ਹਾਊ ਕੈਨ ਯੂ ਕੈਲਕੂਲੇਟ ਦਿਸ, ਇਹਨੂੰ ਆਪਾਂ ਦੇਖਣ ਲੱਗੇ ਹਾਂ ਅੱਜ ਦੇ ਇਸ ਵੀਡੀਓ ਲੈਕਚਰ 'ਚ। ਸੋ ਲੈਟਸ ਸਟਾਰਟ ਦਿਸ ਵੀਡੀਓ। ਲੈਟਸ ਸਪੋਜ਼ ਆਪਾਂ ਕੋਲ ਇੱਕ ਵੁਡਨ ਬਲੌਕ ਹੈ ਵਿਚ ਇਜ਼ ਇਹਦਾ ਲੈਟਸ ਸਪੋਜ਼ ਕੁਛ ਵੀ ਪਰਟੀਕੂਲਰ ਮਾਸ ਹੋ ਸਕਦਾ, 10 kg 50 kg ਕੁਛ ਵੀ ਸਪੋਜ਼ ਕਰ ਲਓ ਖੁਦ ਤੋਂ। ਐਂਡ ਦੋ ਪਰਸਨਸ ਇਹਨੂੰ ਕੀ ਕਰ ਰਹੇ ਨੇ, ਕਿਸੇ ਲੈਟਸ ਸਪੋਜ਼ ਰੱਸੀ ਵਗੈਰਾ ਦੇ ਨਾਲ ਖਿੱਚ ਰਹੇ ਨੇ, ਰਾਈਟ। ਇੱਕ ਪਰਸਨ ਹੈਗਾ ਜਿਹੜਾ ਇਹਨੂੰ ਇਸ ਪਰਟੀਕੂਲਰ ਡਾਇਰੈਕਸ਼ਨ 'ਚ ਖਿੱਚ ਰਿਹਾ। ਇੱਥੇ ਤੁਸੀਂ ਇਹ ਮੰਨ ਲਓ ਕਿ ਕੋਈ ਹੁੱਕ ਲੱਗੀ ਹੋਈ ਹੈ ਐਂਡ ਉਹਦੇ ਨਾਲ ਰੱਸੀ ਬੰਨੀ ਹੋਈ ਹੈ, ਠੀਕ ਹੈ। ਸੋ ਦਿਸ ਇਜ਼ ਦ ਫਸਟ ਵੈਕਟਰ F1 ਵੈਕਟਰ ਐਂਡ ਇੱਕ ਹੋਰ ਪਰਸਨ ਹੈ ਜੋ ਸੇਮ ਹੁੱਕ ਤੋਂ ਇੱਕ ਦੂਸਰੀ ਰੱਸੀ ਦੇ ਨਾਲ ਇਸ ਬਲੌਕ ਨੂੰ ਖਿੱਚ ਰਿਹਾ ਲੇਕਿਨ ਇਸ ਡਾਇਰੈਕਸ਼ਨ 'ਚ। ਐਂਡ ਲੈਟਸ ਸਪੋਜ਼ ਆ ਜਿਹੜਾ ਹੈਗਾ ਦਿਸ ਇਜ਼ ਦ ਫਲੋਰ, ਓਕੇ, ਇਸ ਜ਼ਮੀਨ ਦੇ ਉੱਤੇ ਰੱਖਿਆ ਹੋਇਆ ਇਸ ਬਲੌਕ ਨੂੰ। ਐਂਡ ਜਿਹੜਾ ਦੂਸਰਾ ਵੈਕਟਰ ਹੈ ਲੈਟਸ ਕਾਲ ਇਟ F2 ਵੈਕਟਰ, ਓਕੇ। ਹੁਣ ਅਗੇਨ ਜੇ ਇਹਨਾਂ ਦੋਨਾਂ ਵੈਕਟਰਸ ਦਾ ਆਪਾਂ ਰਿਜ਼ਲਟੈਂਟ ਫਾਈਂਡ ਕਰਨਾ ਤਾਂ ਆਪਾਂ ਕੋਲ ਦੋ ਤਰੀਕੇ ਨੇ, ਹੈ ਨਾ। ਸਭ ਤੋਂ ਪਹਿਲਾ ਤਰੀਕਾ ਜਿਹੜਾ ਆਪਾਂ ਇੱਥੇ ਯੂਜ਼ ਕਰਨ ਲੱਗੇ ਹਾਂ ਦੈਟ ਇਜ਼ ਕਾਲਡ ਦ ਪੈਰਲੈਲੋਗ੍ਰਾਮ law of vector addition. This is the first method ਜੋ ਆਪਾਂ ਪੜ੍ਹਨਾ ਅੱਜ ਦੀ ਇਸ ਵੀਡੀਓ ਲੈਕਚਰ 'ਚ, ਪੈਰਲੈਲੋਗ੍ਰਾਮ law of vector addition। ਦੇਖੋ ਪੈਰਲੈਲੋਗ੍ਰਾਮ law ਦੀ ਆਪਾਂ ਕਿਉਂ ਗੱਲ ਕਰ ਰਹੇ ਹਾਂ, ਕਿੱਥੇ ਬਣਿਆ ਇੱਥੇ ਪੈਰਲੈਲੋਗ੍ਰਾਮ, ਹਾਲੇ ਤਾਂ ਕਿਤੇ ਦਿਖ ਨਹੀਂ ਰਿਹਾ, ਕੋਈ ਚੱਕਰ ਨਹੀਂ ਆ। ਦੇਖੋ ਦਿਸ ਇਜ਼ ਫਸਟ ਵੈਕਟਰ, ਦਿਸ ਇਜ਼ ਦ ਸੈਕਿੰਡ ਵੈਕਟਰ। ਹੁਣ ਇਹਨਾਂ ਦੋਨਾਂ ਦਾ ਮੈਗਨੀਟਿਊਡ ਫਾਈਂਡ ਕਰਨ ਲਈ ਆਪਾਂ ਕੀ ਕਰਨ ਲੱਗੇ ਹਾਂ, ਸਭ ਤੋਂ ਪਹਿਲਾਂ ਜਿਵੇਂ ਆ ਇੱਕ ਵੈਕਟਰ ਹੈ ਉਵੇਂ ਦਾ ਹੀ ਇੱਕ ਵੈਕਟਰ ਇੱਥੇ ਡਰਾ ਕਰ ਦਾਂਗੇ ਐਂਡ ਜਿਵੇਂ ਕਾ ਵੈਕਟਰ ਹੈ ਉਵੇਂ ਦਾ ਹੀ ਵੈਕਟਰ ਇੱਕ ਆਪਾਂ ਇੱਥੇ ਡਰਾ ਕਰ ਦਾਂਗੇ, ਰਾਈਟ। ਸੋ ਲੈਟਸ ਡਰਾ ਥੀਸ ਟੂ ਵੈਕਟਰਸ ਐਂਡ ਬਾਈ ਦ ਵੇ ਜਿੰਨੀ ਲੈਂਥ ਇਹਦੀ ਹੈ ਉਨੀ ਹੀ ਲੈਂਥ ਮੈਂ ਇੱਥੇ ਰੱਖੀ ਹੋਈ ਹੈ। ਲੈਂਥ ਬਿਲਕੁਲ ਚੇਂਜ ਨਹੀਂ ਕੀਤੀ ਐਂਡ ਡਾਇਰੈਕਸ਼ਨ ਵੀ ਬਿਲਕੁਲ ਚੇਂਜ ਨਹੀਂ ਕੀਤੀ, ਇੱਕ ਦੂਜੇ ਦੇ ਪੈਰਲਲ ਨੇ। ਸੋ ਦਿਸ ਵਿਲ ਆਲਸੋ ਬੀ F1 ਵੈਕਟਰ। ਸਿਮਿਲਰਲੀ ਜਿਵੇਂ ਆ F2 ਵੈਕਟਰ ਹੈ
ਇਹ ਵੀ ਕੀ ਹੋਊਗਾ F2 ਵੈਕਟਰ, ਬਿਕੋਜ਼ ਦੋਨਾਂ ਦੀ ਲੈਂਥ ਕੀ ਹੈ ਸੇਮ ਐਂਡ ਡਾਇਰੈਕਸ਼ਨ ਵੀ ਕੀ ਹੈ ਸੇਮ, ਇੱਕ ਦੂਜੇ ਦੇ ਕੰਪਲੀਟਲੀ ਪੈਰਲਲ ਨੇ। ਠੀਕ ਹੈ, ਹੁਣ ਪ੍ਰੀਵੀਅਸ ਲੈਕਚਰ 'ਚ ਆਪਾਂ ਗੱਲ ਆਲਰੇਡੀ ਕਰ ਚੁੱਕੇ ਹਾਂ ਕਿ ਜਦੋਂ ਵੀ ਆਪਾਂ ਕੋਲ ਇੱਦਾਂ ਦਾ ਪੈਰਲਲੋਗ੍ਰਾਮ ਬਣਦਾ, ਰਾਈਟ, ਜਦੋਂ ਵੀ ਆਪਾਂ ਕੋਲ ਇਸ ਟਾਈਪ ਦਾ ਪੈਰਲਲੋਗ੍ਰਾਮ ਬਣਦਾ ਤਾਂ ਜਿਹੜਾ ਰਿਜ਼ਲਟੈਂਟ ਹੁੰਦਾ ਆਹ ਵਾਲੇ ਦੋ ਵੈਕਟਰਸ ਦਾ, ਦੈਟ ਇਜ਼ ਇਟਸ ਡਾਇਗਨਲ, ਰਾਈਟ। ਸੋ ਆਹ ਡਾਇਗਨਲ ਨੂੰ ਆਪਾਂ ਡਰਾ ਕਰਦੇ ਹਾਂ, ਆਹ ਜਿਹੜਾ ਡਾਇਗਨਲ ਹੈ ਦੈਟ ਇਜ਼ ਦਾ ਰਿਜ਼ਲਟੈਂਟ ਆਫ ਦਿਸ F1 ਐਂਡ F2 ਵੈਕਟਰ। ਦੈਟ ਮੀਨਸ ਇੱਕ ਤਰੀਕੇ ਨਾਲ ਆਪਾਂ ਮੰਨ ਕੇ ਚੱਲ ਸਕਦੇ ਹਾਂ ਜੇ ਆਹ ਵਾਲੀਆਂ ਦੋ ਫੋਰਸਿਸ ਲੱਗ ਰਹੀਆਂ ਸੀਗੀਆਂ ਇਸ ਬਲੌਕ ਦੇ ਉੱਤੇ, ਤਾਂ ਓਵਰਆਲ ਜਿਹੜੀ ਫੋਰਸ ਹੈਗੀ ਹੈ ਉਸ ਬਲੌਕ ਦੇ ਉੱਤੇ ਇਸ ਡਾਇਰੈਕਸ਼ਨ 'ਚ ਲੱਗ ਰਹੀ ਹੈ, ਜਿਹੜਾ ਗ੍ਰੀਨ ਡਾਇਰੈਕਸ਼ਨ ਸ਼ੋ ਕੀਤੀ ਹੋਈ ਹੈ। ਠੀਕ ਹੈ, ਦੈਟ ਮੀਨਸ ਐਂ ਵੀ ਕਹਿ ਸਕਦੇ ਹਾਂ ਕਿ ਚਾਹੇ F1 ਤੇ F2 ਫੋਰਸਿਸ ਦੋਨੋਂ ਲੱਗ ਰਹੀਆਂ ਹੋਣ, ਚਾਹੇ ਕੱਲੀ ਇਹ ਆਰ ਜਿਹੜੀ ਫੋਰਸ ਹੈਗੀ ਹੈ ਆਹ ਲੱਗ ਰਹੀ ਹੁੰਦੀ, ਓਵਰਆਲ ਸੇਮ ਹੀ ਤਰੀਕੇ ਨਾਲ ਬੋਡੀ ਨੇ ਮੋਸ਼ਨ ਕਰਨਾ ਸੀਗਾ। ਗॉट इट। लेकिन वट अबाउट इट्स मैगनीट्यूड, राइट। सारी कहानी है मैगनीट्यूड दी है कि एग्जैक्टली किन्ने न्यूटन की फोर्स होगी उन्होंने आप पता करना है। सो उन्होंने हुण आप कैलकुलेट करते हैं, बट पहला ये चीज़ तो क्लीयर होगी ना कि पैरेललोग्राम लॉ ऑफ फैक्टर एडिशन इन्हू क्यों कह रहे हैं, बिकॉज इत्थे तुसीं क्लीयरली देख रहे हो आ एक की बन रहा पैरेललोग्राम आपां कोल, ठीक है, जिहदा डायगनल आपां नूं की दे रहा रिजल्टेंट। सो इहदी जे आपां लेंथ किसी तरीके नाल कैलकुलेट कर ली, बस आपां कोल रिजल्टेंट दा मैगनीट्यूड आ गया। ठीक है, सो देखते हैं किवें कैलकुलेट करांगे इस रिजल्टेंट दा मैगनीट्यूड। ठीक है, सो लेट्स प्रॉपरली ड्रॉ द डायग्राम। दिस इज ए वैक्टर, दिस इज बी वैक्टर। दोनों वैक्टर्स किद्दां कनैक्टेड ने, दोनों दी टेल्स आपस में कनैक्टेड ने, जिद्दां आपां प्रीवियस केस 'च देखा। बस आही डायग्राम जो इत्थे फॉर्म किया ना पैरेललोग्राम लॉ ऑफ फैक्टर एडिशन दा, उन्होंने ही बस थोड़ा नीट एंड क्लीन वे आपां इत्थे ड्रॉ करन लगे। ठीक है, सो लेट्स ड्रॉ द पैरेललोग्राम एंड लेट्स ड्रॉ इट्स डायगनल। लेट्स कॉल इट आर वैक्टर, जिहदा मैगनीट्यूड आपां पता करना है ना। ਇਹਦੇ मैगनीट्यूड ਨੂੰ पता करन तो पहला या फिर इवन पैरेललोग्राम लॉ ऑफ फैक्टर एडिशन ਨੂੰ पढ़न तो पहला एक चीज़ डिस्कस करते हैं, जो हालांकि आप डिस्कस ऑलरेडी कर चुके हैं बहुत बार, लेकिन स्टिल इत्थे अगेन डिस्कस करना जरूरी है कि जे दो वैक्टर्स आप देखा सीगा सेम डायरैक्शन च पॉइंट करते हैं तो उन्होंने रिजल्टेंट होंदा मैक्सिमम, फॉर एग्जाम्पल 10 न्यूटन्स इन 15 न्यूटन्स इन दिस केस एडअप हो जूगे। सिमिलरली इफ दिस इज़ 5 न्यूटन्स, बाय द वे जी 10 न्यूटन्स है, इनू लेंथ ही रखियो, राइट, सो दैट देख के पता लगे कि ज़्यादा मैगनीट्यूड की फोर्स है। राइट, इफ दिस इज़ 5 न्यूटन्स, दिस इज़ 10 न्यूटन्स, दैन ओवरऑल रिजल्ट तुहाडे कोल कितना आंदा है, सिर्फ 5 न्यूटन्स का माइनस हो जूगा इस बारी। राइट, एंड आही दो फोर्सेस 5 ते 10 न्यूटन्स दियां ही फोर्सेस ने, बट जे एक दूजे के परपेंडिकुलर ने कुछ इदा, दैन जे आ वाला मैगनीट्यूड कैलकुलेट करना हो जो आप ऑलरेडी देखा सीगा पाइथागोरस थ्योरम नूं यूज़ कर सकते हैं इदां दे केस से, उत्थे रिजल्टेंट आप कोल कुछ हो रहा होगा, इट विल बी 5 द स्क्वायर प्लस 10 द स्क्वायर द अंडर रूट। राइट, दैट मीनस 25 प्लस 100 125 द अंडर रूट कितना होंदा, लेट्स कैलकुलेट, बिकॉज डेसिमल्स जाएगा ना द आंसर 125, इट इज़ 11.18। ठीक है, सो 11.1 ही लिख लें। दिस इज़ द रिजल्टेंट 11.1 न्यूटन्स, ए सीगा 10 न्यूटन्स एंड आ सीगा आपको 5 न्यूटन्स। तुसी एक चीज़ तो क्लीयरली देख रहे हो कि चाहे आपको रिजल्ट सॉरी जी दो वैक्टर्स ने उन्हों का मैगनीट्यूड सेम हो, 5 एंड 10 इत्थे भी सीगा, 5 एंड 10 इत्थे भी सी, एंड आखिरी केस भी आपको जो फोर्सेस सीगियां 5 एंड 10 न्यूटन्स दियां ही सी, बट जस्ट बाय चेंजिंग द एंगल बिटवीन दैम ओवरऑल जो आपको रिजल्टेंट आ रहा है वो डिफरेंट आ रहा है ना। ये चीज़ तो मानते हो ना तुसी कि जे लेट्स सपोज जिवें पहला केस सीगा, इन्हां दोनों वैक्टर से कितना एंगल है, एंगल इज़ 0, बिकॉज सेम ही डायरैक्शन से पॉइंट कर रहे हैं। आंसर डिफरेंट आया आपको जो रिजल्टेंट है, इत्थे दोनों के एंगल कितना है 180, जो डायरैक्शन ऑपोजिट होंदी है द एंगल इज़ 180, रिजल्टेंट कुछ हो रहा है। इत्थे एंगल कितना सीगा दोनों के 90, रिजल्टेंट कुछ हो रहा है। दैट मीनस एंगल का बहुत बड़ा रोल है, जे दोनों वैक्टर्स के विच एंगल चेंज हो जाऊगा तो रिजल्टेंट भी चेंज हो जाऊगा। दैट मीनस रिजल्टेंट आप उदों तक कैलकुलेट ही नहीं कर सकते जो तक आपको एंगल नहीं पता, है ना। सो कुछ ना कुछ तो मान के चलना होगा ना, आपको गिवन नहीं है, आप जनरलाइज एक पर्टिकुलर लेट्स से फॉर्मूला ड्राइव करन लगे हाँ। सो आप मान के चलते हैं कि जोड़ा भी ए ते बी दे विच एंगल हैगा दैट इज़ लेट्स से एंगल थीटा। ठीक है, ए वैक्टर एंड बी वैक्टर दे विच जो भी एंगल सीगा उन्होंने आप मान लिया कि दैट इज़ एंगल थीटा, वो कुछ भी हो सकता 10 20 30, राइट। एंड थोड़ी जी आप इत्थे होर कंस्ट्रक्शन करते हैं। फॉर एग्जाम्पल लेट्स से जिमें आ ए वैक्टर है, इनू थोड़ा जिहा जे मैं इस पर्टिकुलर डायरैक्शन दे विच एक्सटेंड करा, राइट, ड्रॉ करदा, सो आई कैन ड्रॉ इट लाइक दिस, है ना। इदां क्यों किया, बिकॉज देखो जिमें मैनू आ पता है कि आ जिहड़ा एंगल है ए ते बी दे विच दा आ थीटा है, सिमिलरली मैं आ वाले एंगल भी थीटा कह सकदा। हाउ कैन आई से, बिकॉज दीज एंगल्स आर कॉरस्पॉन्डिंग एंगल्स, है ना। ये तुसीं पढ़िया होया, लेट्स सपोज एक लाइन है उहदे उत्ते दो आपां पैरेलल लाइनस इदां ड्रॉ कीतियां होईयां, जे आ एंगल लेट्स सपोज 40 डिग्रीज़ का हैगा तो आ भी तो 40 डिग्रीज़ का होगा, कॉरस्पॉन्डिंग एंगल्स होंदे ने हाँ, है ना। सो
बाय सेम रीजनिंग मैं कहता कि आ एंगल भी कितना होगा थीटा, ठीक है। सो मैं आ थीटा ਨੂੰ ਇਰੇਜ਼ ਕਰ ਰਿਹਾ ਬਿਕੋਜ਼ ਜੋ ਆਪਾਂ ਡੀਲ ਕਰਨਾ ਉਹ ਇਸੇ ਐਂਗਲ ਦੇ ਨਾਲ ਡੀਲ ਕਰਨਾ ਹੈ। ਕਿਉਂ ਇਦਾਂ ਹੈਗਾ ਉਹ ਤੁਹਾਨੂੰ ਪਤਾ ਲੱਗ ਜੂਗਾ ਥੋੜੀ ਦੇਰ 'ਚ ਜਦੋਂ ਆਪਾਂ ਡੈਰੀਵੇਸ਼ਨ ਕਰਾਂਗੇ, ਬਟ ਇਹ ਚੀਜ਼ ਕਨਸੈਪਚੁਅਲੀ ਕਲੀਅਰ ਹੋਣੀ ਜ਼ਰੂਰੀ ਹੈ ਕਿ ਹਾਂਜੀ ਜੇ ਏ ਤੇ ਬੀ ਦੇ ਵਿੱਚ ਦਾ ਐਂਗਲ ਥੀਟਾ ਸੀਗਾ ਤਾਂ ਆਹ ਵਾਲਾ ਐਂਗਲ ਵੀ ਕਿੰਨਾ ਹੋਊਗਾ ਥੀਟਾ ਹੋਊਗਾ, ਠੀਕ ਹੈ। ਇਹਦੇ ਵਿੱਚ ਕੋਈ ਡਾਊਟ ਨਹੀਂ ਹੋਣਾ ਚਾਹੀਦਾ, ਕੋਈ ਡਾਊਟ ਹੋਊਗਾ ਤਾਂ ਮੈਨੂੰ ਮੈਸੇਜ ਜਾਂ ਕਾਲ ਕਰਕੇ ਪੁੱਛ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ, ਠੀਕ ਹੈ। ਚਲੋ ਸੈਕੰਡਲੀ ਆਪਾਂ ਕੀ ਕਰਨ ਲੱਗੇ ਹਾਂ, ਇੱਥੇ ਇੱਕ ਪਰਪੈਂਡੀਕੂਲਰ ਡਰਾ ਕਰਨ ਲੱਗੇ ਹਾਂ ਖੁਦ ਤੋਂ, ਰਾਈਟ, ਜਸਟ ਫॉर द ਕੈਲਕੂਲੇਸ਼ਨ। ਕੁਛ ਨਾ ਕੁਛ ਆਪਾਂ ਡਰਾਈਵ ਕਰਨਾ ਹੈ, ਉਹਦੇ ਲਈ ਆਪਾਂ ਨੂੰ ਲੋੜ ਪਊਗੀ ਇਸ ਚੀਜ਼ ਦੀ, ਠੀਕ ਹੈ। ਸੋ ਇਹ ਛੋਟੀ ਜਿਹੀ ਆਪਾਂ ਕੀ ਕੀਤੀ ਹੈ ਇੱਥੇ ਕੰਸਟਰਕਸ਼ਨ ਕੀਤੀ ਹੈ। ਹੁਣ ਦੇਖੋ ਸਿੰਪਲ ਜੀ ਗੱਲ ਹੈ, ਥੋੜੀ ਜਿਹੀ ਆਪਾਂ ਨੂੰ ਨੇਮਿੰਗ ਵੀ ਦੇਣੀ ਪਊਗੀ ਬਾय द ਵੇ। ਸੋ ਲੈਟਸ ਸੇ ਇਸ ਪੁਆਇੰਟ ਨੂੰ ਮੈਂ ਨੇਮ ਦਿੱਤਾ E, दिस इज़ F, दिस इज़ G, दिस इज़ H। नेमिंग जो मर्जी देख सकते हो, डज नॉट मैटर, बट कोशिश करियो कि आ ਜਿਹੜੇ ਲੈਟਰਸ ਨੇ ਨਾ ਉਹ ਨਾ ਹੋਣ, ਬਿਕੋਜ਼ ਫੋਰ ਐਗਜ਼ਾਮਪਲ ਜੇ ਇੱਥੇ A ਹੈਗਾ ਇੱਥੇ ਵੀ A ਰੱਖੋਗੇ ਤਾਂ ਤੁਹਾਨੂੰ ਕਨਫਿਊਜ਼ਨ ਹੋਊਗੀ ਕਿ ਕਿਹੜਾ A ਆਪਾਂ ਕਿੱਥੇ ਕੰਸੀਡਰ ਕਰ ਰਹੇ ਹਾਂ, ਠੀਕ ਹੈ। ਸੋ ਦੈਟਸ ਵਾਈ ਕਿਤੇ ਵੀ ਕਿਸੇ ਲੈਟਰ ਦੀ ਰੈਪੀਟੇਸ਼ਨ ਨਹੀਂ ਹੋਣੀ ਚਾਹੀਦੀ, ਸੋ ਦੈਟ ਸਿੰਪਲਿਸਿਟੀ ਰਹੇ ਆਪਾਂ ਨੂੰ ਸਮਝਣ 'ਚ, ਠੀਕ ਹੈ। ਹੁਣ ਜ਼ਰਾ ਇਸ ਪਰਟੀਕੂਲਰ ਟ੍ਰਾਇੰਗਲ ਤੇ ਗੌਰ ਕਰੋ, ਜਿਹੜੀ ਟ੍ਰਾਇੰਗਲ ਬਣ ਰਹੀ ਹੈ ਆਪਣੀ EFG, ਰਾਈਟ, ਦਿਸ ਇਜ਼ ਦ ਟ੍ਰਾਇੰਗਲ, ਰਾਈਟ। दिस इज़ अ राइट एंगल्ड ट्रायंगल, दैट मीनस इत्थे आपां पाइथागोरस थ्योरम लगा सकते हैं। इस ट्रायंगल के उत्ते जो पाइथागोरस थ्योरम तुसीं लगाओगे यू विल गेट EF द स्क्वायर, दैट इज़ FG द स्क्वायर प्लस EG द स्क्वायर, राइट। एंड आ चीज़ से जरा ध्यान दो, जिहड़ा EF है आही तो आपां कोल रिजल्टेंट है ना, दैट मीनस इहदी जगह मैं इदां लिख सकदा R द स्क्वायर, है ना। सो इत्थे आपां कर दिंदे आ R द स्क्वायर, तुसीं नैक्सट स्टैप च करना, बाय द वे स्टैप वाइज करना है, ठीक है। इतने बिकॉज स्क्रीन एक ही छोटी जी स्क्रीन पर सारा कुछ लिखना डिफिकल्ट हो जाएगा ना, दैट्स वाई आई माइट बी लेट्स से कंबाइन कर सकता मैं स्टैप्स ਨੂੰ, बट ਤੁਸੀਂ ਇੱਦਾਂ ਨਹੀਂ ਕਰਨਾ ਹੈਗਾ। ਸਟੈਪ ਮਾਰਕਿੰਗ ਵਗੈਰਾ ਹੁੰਦੀ ਹੈ ਬਿਕੋਜ਼, ਰਾਈਟ। ਸੋ ਐਂਡ ਸੈਕੰਡਲੀ ਸਟੈਪ ਮਾਰਕਿੰਗ ਦੀ ਵੀ ਗੱਲ ਨਹੀਂ ਹੈਗੀ, ਤੁਹਾਨੂੰ ਖੁਦ ਨੂੰ ਸਮਝਣ 'ਚ ਈਜ਼ੀ ਰਹੂਗਾ ਜੇ ਤੁਸੀਂ ਪ੍ਰੋਪਰਲੀ ਸਟੈਪ ਬਾਈ ਸਟੈਪ ਸੋਲਵ ਕਰੋਗੇ। ਜਿੱਥੇ ਸ਼ਾਰਟਕਟ ਮਾਰੋਗੇ ਕਨਫਿਊਜ਼ਨ ਹੁੰਦੀ ਹੈ, ਰਾਈਟ। ਸੋ ਪ੍ਰੋਪਰਲੀ ਸਟੈਪ ਵਾਈਜ਼ ਸੋਲਵ ਕਰਿਓ ਹਰ ਇੱਕ ਚੀਜ਼ ਨੂੰ। ਸੋ R ਸਕੁਆयर कैन बी रिटन एज FG स्क्वायर प्लस EG स्क्वायर। ਇੱਦਾਂ क्यों लिखा, इस इक्वेशन का की फायदा, बिकॉज देखो आही तो आप कैलकुलेट करना है, राइट। आ जिन्ना आप कुछ कर रहे हैं ये क्यों कर रहे हैं, इस डायगनल की लेंथ को कैलकुलेट करने के लिए, सो दैट आप इस रिजल्टेंट का मैगनीट्यूड फाइंड कर सकीए। वो आपको इतों पता लग जूगा, लेट सपोज जो मैंने इस पर्टिकुलर चीज़ की वैल्यू पता है, राइट, आ जी राइट हैंड साइड है तो आर को कैलकुलेट करना कि डिफिकल्ट है, वो अंडर रूट आप ले लेंगे, राइट, लाइक दैट आपको आर की वैल्यू पता लग जूगी, ठीक है। सो ਹੁਣ ਆਪਾਂ ਸਾਰਾ ਫੋਕਸ ਇਹਨਾਂ ਦੋ ਚੀਜ਼ਾਂ ਤੇ ਕਰਨਾ ਹੈ। ਜੇ ਇਹਨਾਂ ਦੀ ਆਪਾਂ ਵੈਲਿਊ ਪਤਾ ਕਰ ਲਈ ਕਿਸੇ ਤਰੀਕੇ ਨਾਲ, ਆਪਾਂ ਨੂੰ ਰਿਜ਼ਲਟੈਂਟ ਪਤਾ ਲੱਗ ਜੂਗਾ, ਰਾਈਟ। ਸੋ ਦੇਖਦੇ ਹਾਂ ਕਿ ਕਿੱਦਾਂ ਆਪਾਂ FG ਫਾਈਂਡ ਕਰ ਸਕਦੇ ਹਾਂ ਐਂਡ ਕਿੱਦਾਂ ਆਪਾਂ EG ਪਤਾ ਕਰ ਸਕਦੇ ਹਾਂ। FG ਪਹਿਲਾਂ ਹੈ ਕਿਹੜਾ, ਆ ਦੇਖਦੇ ਹਾਂ, ਦਿਸ ਇਜ਼ ਦ FG ਐਂਡ ਵਟ ਇਜ਼ EG, ਦਿਸ ਇਜ਼ ਦ EG, ਓਕੇ। ਅੱਛਾ ਜੇ ਆਪਾਂ EG ਦੀ ਗੱਲ ਕਰੀਏ, ਆਹ ਵਾਲੀ ਜਿਹੜੀ ਸਾਈਡ ਹੈ ਉਹ 'ਚੋਂ ਆਪਾਂ ਨੂੰ ਇੰਨਾ ਪਾਰਟ ਤਾਂ ਆਲਰੇਡੀ ਪਤਾ, ਦਿਸ ਇਜ਼ E ਵੈਕਟਰ, ਇਹਦਾ ਮੈਗਨੀਟਿਊਡ ਕਿੰਨਾ ਹੋਊਗਾ, E ਵੈਕਟਰ ਦਾ ਮੈਗਨੀਟਿਊਡ ਇੰਨਾ, ਜਾਂ ਫਿਰ ਆਪਾਂ ਸਿੰਪਲੀ ਉਹਨੂੰ ਐ ਲਿਖ ਸਕਦੇ ਹਾਂ E, ਰਾਈਟ। ਦੈਟ ਮੀਨਸ ਅਨਨੋਨ ਪਾਰਟ ਆਹ ਰਹਿ ਗਿਆ। ਜੇ ਆਪਾਂ ਨੂੰ HG ਪਤਾ ਲੱਗ ਗਿਆ, ਉਹਦੇ ਵਿੱਚ ਆਹ ਐਡ ਕਰ ਦਾਂਗੇ, ਟੋਟਲ ਆਪਾਂ ਨੂੰ ਲੈਂਥ ਪਤਾ ਲੱਗ ਜੂਗੀ EG ਵਾਲੀ, ਗॉट ਇਟ, ਆਰ ਯੂ ਗੈਟਿੰਗ ਦਿਸ, ਰਾਈਟ। ਦੈਟ ਮੀਨਸ ਇਨ ਅ ਸੈਂਸ ਜੇ ਆਪਾਂ ਗੱਲ ਕਰੀਏ, ਆਪਾਂ ਨੂੰ ਬਸ ਆਹ ਜਿਹੜੀਆਂ ਦੋ ਸਾਈਡਸ ਨੇ ਇਹ ਕਿਸੇ ਤਰੀਕੇ ਨਾਲ ਪਤਾ ਕਰਨੀਆਂ ਨੇ। ਸਾਰਾ ਫੋਕਸ ਆਪਣਾ ਇਹ 'ਤੇ ਹੈ ਇਸ ਤਰੀਕੇ ਨਾਲ ਕਿ ਇਹਨਾਂ ਦੋਨਾਂ ਦੀ ਲੈਂਥ ਕਿਸੇ ਤਰ੍ਹਾਂ ਆਪਾਂ ਨੂੰ ਪਤਾ ਲੱਗ ਜਾਏ, ਠੀਕ ਹੈ। ਆਹ ਜਿਹੜਾ ਗ੍ਰੀਨ ਵਾਲਾ ਵੈਕਟਰ ਸੀਗਾ, ਦਿਸ ਵਾਜ਼ B ਵੈਕਟਰ, ਆ ਆਪਾਂ ਨੂੰ ਦੈਟ ਮੀਨਸ ਆਹ ਵਾਲਾ ਗ੍ਰੀਨ ਵੀ ਪਤਾ ਹੈ B ਵੈਕਟਰ। ਹੁਣ ਤੁਸੀਂ ਆਹ ਵਾਲੀ ਟ੍ਰਾਇੰਗਲ 'ਤੇ ਜ਼ਰਾ ਫੋਕਸ ਕਰਿਓ FGH 'ਤੇ, ਦਿਸ ਇਜ਼ ਆਲਸੋ ਅ ਰਾਈਟ ਐਂਗਲ ਟ੍ਰਾਇੰਗਲ, है ना। सो आप की कर सकते हैं, बिकॉज इट इज़ अ राइट एंगल ट्रायंगल, आप ट्रिग्नोमैट्री इतने यूज़ कर सकते हैं, है ना। 10th क्लास से पढ़ी होनी ट्रिग्नोमैट्री, वो आप साइन थीटा एंड कॉस थीटा वगैरह कैलकुलेट करते थे, वही कुछ आप इतने करन लगे। देखो साइन थीटा एंड कॉस थीटा जो इस पर्टिकुलर ट्रायंगल जब आप कैलकुलेट करिए तो आपको की मिलेगा, लेट्स सी। साइन थीटा की होंगे आप को, दैट इज़ परपेंडिकुलर बाय हाइपोटेन्यूज, एंड कॉस थीटा आप को होंगे बेस बाय हाइपोटेन्यूज, है ना। सो परपेंडिकुलर बाय हाइपोटेन्यूज, परपेंडिकुलर आप को हैगा FG एंड हाइपोटेन्यूज आप, अच्छा बाय द वे इस ट्रायंगल की गल कर रहे हैं सिर्फ, राइट, बस ये ध्यान रखियो FGH ते परपेंडिकुलर हो गया FG एंड हाइपोटेन्यूज आप को हो गया HF, एंड इत्थे बेस की जे आप गल करिए तो HG एंड हाइपोटेन्यूज आप को ला रहा है HF, गॉट इट, राइट। अच्छा ये भी चीज़ 10th क्लास से ऑलरेडी पढ़ी हुई है कि जिस साइड दे नाल एंगल हुंदा वो वाली साइड अपनी हुंदी है बेस। So this will be the base, this will be the perpendicular, and जी longest side होंगी है जी ग्रीन वाली है, that is the hypotenuse, है ना। सो ये तो ऑलरेडी तुसी 10th क्लास से पढ़िया होया। चलो अच्छा HF की वैल्यू आपको पता, दैट इज़ द B,
है ना, ਜਿਹੜਾ बी ਵੈਕਟਰ ਹੈ ਉਹੀ ਤਾਂ ਹੈਗਾ एच एफ। सो ਜਿੱਥੇ ਜਿੱਥੇ एच एफ ਆ ਰਿਹਾ ਉੱਥੇ ਆਪਾਂ ਕੀ ਲਿਖ ਦਿੰਦੇ ਆ बी, ਦਿਸ ਇਜ਼ ਆਲਸੋ बी। ਬਸ ਬਣ ਗਈ ਗੱਲ। ਦੇਖੋ ਆ एफ जी ਸੀਗਾ, एफ जी ਨੂੰ ਆਪਾਂ ਕਿੱਦਾਂ ਲਿਖ ਸਕਦੇ ਆ, एफ जी कैन बी रिटन एज बी इंटू साइन थीटा। सिमिलरली आ ਜਿਹੜਾ एच जी है, एच जी ਨੂੰ ਆਪਾਂ ਕਿੱਦਾਂ ਲਿਖ ਸਕਦੇ ਆ, दैट इज़ बी इंटू कॉस थीटा। एंड बी ਦੀ ਵੈਲਿਊ ਆਪਾਂ ਨੂੰ ਪਤਾ ਹੀ ਹੈ, थीटा जो भी ਆਪਾਂ ਨੂਮੈਰੀਕਲ ਜਾਂ ਜੋ ਵੀ ਆਪਾਂ ਪ੍ਰੋਬਲਮ ਸੋਲਵ ਕਰ ਰਹੇ ਹੋਵਾਂਗੇ ਉਹਦੇ ਅਕੋਰਡਿੰਗਲੀ ਆਪਾਂ ਨੂੰ ਪਤਾ ਹੋਊਗਾ ਐਂਡ ਆਪਾਂ ਈਜ਼ੀਲੀ ਆ ਅਨਨੋਨ ਕੁਆਂਟੀਟੀਜ਼ ਨੂੰ ਫਾਈਂਡ ਕਰ ਸਕਦੇ ਹਾਂ। ਬਸ ਸਿੰਪਲ ਮਲਟੀਪਲੀਕੇਸ਼ਨ ਹੀ ਤਾਂ ਹੈਗੀ ਹੈ, ਠੀਕ ਹੈ। ਚਲੋ ਹੁਣ ਦੇਖੋ ਇਹਨੂੰ ਆਪਾਂ ਲਿਖਦੇ ਹਾਂ ਆਰ ਸਕੁਅਰ दैट इज़ इक्वल्स टू एफ जी का स्क्वायर। एफ जी ਆਪਾਂ ਕੋਲ ਆ ਪਤਾ ਲੱਗ ਗਿਆ ਕਿੰਨਾ ਹੈਗਾ, बी साइन थीटा, ਉਹਦਾ ਸਕੁਅਰ ਕਰਨਾ ਹੈ। सो इट इज़ बी ਦਾ ਸਕੁਅਰ साइन स्क्वायर थीटा प्लस ई जी ਦਾ ਸਕੁਅਰ। ई जी ਕਿੰਨਾ ਸੀਗਾ ਆਪਾਂ ਕੋਲ, ਆ ਟੋਟਲ ਲੈਂਥ। ਸੋ ਟੋਟਲ ਲੈਂਥ ਨੂੰ ਮੈਂ ਬ੍ਰੇਕ ਡਾਊਨ ਕਰਕੇ ਲਿਖ ਰਿਹਾ E ਪਲਸ ਆ ਜਿਹੜੀ एच जी ਹੈ ਜਿਹਨੂੰ ਆਪਾਂ ਹਲੇ ਫਾਈਂਡ ਕੀਤਾ ਇੱਥੇ B cos थीटा, ਠੀਕ ਹੈ। ਸੋ B cos थीटा ਐਂਡ ਟੋਟਲ ਦਾ ਆਪਾਂ ਕੋਲ ਇੱਥੇ ਕੀ ਹੈ, ਸਕੁਅਰ ਹੈ, ਰਾਈਟ। ਸੋ ਆ ਪਾਰਟ ਨੂੰ ਆਪਾਂ ਹੁਣ ਇੱਥੇ ਰੀਜ਼ ਕਰ ਦਿੰਦੇ ਹਾਂ ਬਿਕੋਜ਼ ਜੋ ਅਨਨੋਨ ਕੁਆਂਟਿਟੀ ਸੀਗੀਆਂ ਉਹ ਆਪਾਂ ਫਾਈਂਡ ਕਰ ਹੀ ਚੁੱਕੇ ਹਾਂ, ਹੈ ਨਾ। ਬਸ ਆਲਮੋਸਟ ਡਨ ਹੈ ਹੁਣ ਆਪਣਾ ਇਹ ਆਰਟੀਕਲ। ਦੇਖੋ ਆਰ ਸਕੁਅਰ, ਬਸ ਆਹ ਵਾਲੇ ਪਾਰਟ ਨੂੰ ਥੋੜ੍ਹਾ ਜਿਹਾ ਹੁਣ ਆਪਾਂ ਖੋਲ੍ਹਣ ਲੱਗੇ ਹਾਂ, ਸਿੰਪਲੀਫਾਈ ਕਰਨ ਲੱਗੇ ਹਾਂ। ਆਰ ਸਕੁਅਰ ਦੈਟ ਇਜ਼ ਬੀ ਦਾ ਸਕੁਅਰ ਸਾਈਨ ਸਕੁਅਰ ਥੀਟਾ ਪਲਸ ਇੱਥੇ ਆਪਾਂ ਆਇਡੈਂਟੀ ਲਗਾਉਣ ਲੱਗੇ ਹਾਂ ਏ ਪਲਸ ਬੀ ਦਾ ਹੋਲ ਸਕੁਅਰ ਹੈ ਇੱਥੇ, ਰਾਈਟ। ਸੋ ਏ ਸਕੁਅਰ ਪਲਸ ਬੀ ਸਕੁਅਰ ਪਲਸ 2ab ਉਸੇ ਚੀਜ਼ ਨੂੰ ਆਪਾਂ ਯੂਜ਼ ਕੀਤਾ ਐਂਡ ਵੀ ਕੈਨ ਰਾਈਟ ਇਟ ਏ ਸਕੁਅਰ प्लस बी स्क्वायर प्लस 2ab cos थीटा, है ना। आई कैन राइट इट आर स्क्वायर। सब तो पहला थोड़ा जिहा देखो अरेंजमेंट कर रहे हैं, ए स्क्वायर नूं सब तो पहला लिख लिया, दैन आ टर्म लिखी मैं बी दा स्क्वायर साइन स्क्वायर थीटा, दैन आ टर्म लिखी बी दा स्क्वायर cos स्क्वायर थीटा एंड आ टर्म नूं मैं लास्ट 'च लिखिया 2ab cos थीटा। ਇੱਦਾਂ ਕਿਉਂ ਕੀਤਾ, ਬਿਕੋਜ਼ ਆ ਦੋਨੋਂ ਟਰਮਸ ਨੂੰ ਜੋ ਆਪਾਂ ਗੌਰ ਨਾਲ ਦੇਖਾਂਗੇ ਦੈਨ ਯੂ ਸੀ ਕਿ ਦੋਨਾਂ 'ਚ ਕੁਝ ਕਾਮਨ ਹੈ। ਵਟ ਇਜ਼ ਕਾਮਨ, ਬੀ ਦਾ ਸਕੁਅਰ। ਸੋ ਇਹਨਾਂ ਦੋਨਾਂ 'ਚੋਂ ਤੁਸੀਂ ਨੈਕਸਟ ਸਟੈਪ ਦੇ ਵਿੱਚ ਕੀ ਕਰਨਾ ਹੈ, ਬੀ ਦੇ ਸਕੁਅਰ ਨੂੰ ਕਾਮਨ ਲੈ ਲੈਣਾ ਇੱਦਾਂ, ਰਾਈਟ। ਬੀ ਦਾ ਸਕੁਅਰ ਤਾਂ ਬਾਹਰ ਆ ਜਾਏਗਾ ਬ੍ਰੈਕਟ 'ਚੋਂ, ਅੰਦਰ ਕੀ ਬਚੇਗਾ, ਸਾਈਨ ਸਕੁਅਰ ਥੀਟਾ ਪਲਸ cos ਸਕੁਅਰ ਥੀਟਾ। 10th ਕਲਾਸ 'ਚ ਪੜਿਆ ਹੋਇਆ ਸਾਈਨ ਸਕੁਅਰ ਥੀਟਾ ਪਲਸ cos ਸਕੁਅਰ ਥੀਟਾ 1 ਹੁੰਦਾ, ਰਾਈਟ। ਸੋ ਆਪਾਂ ਕੋਲ ਨੈਕਸਟ ਸਟੈਪ 'ਚ ਕੀ ਆ ਜਾਏਗਾ, ਆਰ ਸਕੁਅਰ ਇਜ਼ ਏ ਸਕੁਅਰ ਪਲਸ ਬੀ ਸਕੁਅਰ ਪਲਸ 2ab cos ਥੀਟਾ। ਦਿਸ ਇਜ਼ ਆਵਰ ਫਾਈਨਲ ਆਂਸਰ। और जे एग्जैक्टली लेट से आर की ही वैल्यू आप शो करनी है तो आप की करेंगे इस साइड बस अंडर रूट लगा देंगे, दिस विल बी अवर रिजल्टेंट, ठीक है। क्वेश्चन जो देखो आपू लेट मी चेंज कर लो, ए की वैल्यू पता होगी बिकॉज ए तो बी तो वैक्टर्स ने, है ना। सो ए की वैल्यू पता होगी, बी की वैल्यू पता होगी, इतने भी ए एंड बी दोनों की वैल्यू पता होगी एंड एंगल भी आपको गिवन होगा, वो अकॉर्डिंगली आप इतने रिजल्टेंट को पता कर सकते हैं। या फिर लेट से आपू ए की वैल्यू पता, बी की वैल्यू पता, हो सकता आपको रिजल्टेंट हो गिवन, राइट। वो अकॉर्डिंगली थीटा पता करना हो, राइट। कुछ भी हो सकता, कोई एक अननोन वेरिएबल होगा, कोई भी हो सकता आपको, राइट। वो आप फाइंड करना होगा इतों। सो दिस इज़ द फाइनल रिजल्ट। ये डायरैक्टली भी तुहानूं याद होना चाहिए, राइट। आ जी लास्ट अपनी इक्वेशन आई है आर जिहड़ा हैगा आपां कोल, दैट इज़ गिवन बाय आर इज इक्वल्स टू ए स्क्वायर प्लस बी स्क्वायर प्लस 2ab cos थीटा ओवरऑल टोटल द अंडर रूट, ठीक है। ਹੁਣ ਇਸ ਪਰਟੀਕੂਲਰ ਚੀਜ਼ ਨੂੰ ਡਰਾਈਵ ਆਪਾਂ ਕਰ ਲਿਆ, ਹੁਣ ਆਪਾਂ ਇਹਦੇ ਬੇਸ 'ਤੇ ਇੱਕ ਨੂਮੈਰੀਕਲ ਸੋਲਵ ਕਰਕੇ ਦੇਖਦੇ ਹਾਂ ਸੋ ਦੈਟ ਆਪਾਂ ਨੂੰ ਇਹਦੀ ਸਿਗਨੀਫੀਕੈਂਸ ਪਤਾ ਲੱਗੇ ਕਿ ਰੀਅਲ ਲਾਈਫ ਪ੍ਰੋਬਲਮਸ 'ਚ ਇਸ ਪਰਟੀਕੂਲਰ ਲੈਟਸ ਸੇ ਰਿਜ਼ਲਟ ਨੂੰ ਆਪਾਂ ਕਿੱਦਾਂ ਯੂਜ਼ ਕਰ ਸਕਦੇ ਹਾਂ, ਕੀ ਫਾਇਦਾ ਇਸ ਰਿਜ਼ਲਟ ਦਾ, ਲੈਟਸ ਸੇ। So let's try this very simple numerical. Two forces of 3 newtons and 4 newtons are acting at a point such that angle between them is 60 degrees. So आपको given है. That means again कुछ उदा दी मान लेने आ. This is the block. एक particular point ते उन्हें क्या दो forces लग रही हैं आपको कुछ ऐदा दोनों दे विच दा angle आपको given है 60 degrees, है ना. So let's call this A vector. This is B vector, है ना. Again चीज़ तो वही होगी ना. This will be the A vector. This will be the B vector. एंड ओवरऑल जो अपना को रिजल्टेंट आऊगा इट विल बी समथिंग लाइक दिस इज़ द आर वैक्टर. इहदा मैगनीट्यूड आपको पता करना क्या गया है, फाइंड द रिजल्टेंट फोर्स. ओवरऑल फोर्स कितने न्यूटन की लग रही है, जो आ वाली फोर्स मान लो 3 न्यूटन की है, आ वाली फोर्स जी लग रही है 4 न्यूटन की है, तो आर वैक्टर कितने न्यूटन का हैगा, ठीक है. दो परसन जे उत्ते इदा फोर्स लगा रहे हैं तो ओवरऑल ये ब्लॉक किन्नी फोर्स के नाल अगे मूव कर रहा है ये तुसी पता करना इत्थे बेसिकली, है ना. किद्दां पता कर सकते हैं, जो रिजल्ट आपां हले इत्थे ड्राइव किया इनू यूज़ करके, ठीक है. सो इस रिजल्ट में आप यूज़ करना आर इज इक्वल्स टू ए स्क्वायर प्लस बी स्क्वायर प्लस 2ab cos थीटा. बस इनू यूज़ करते हैं एंड यू विल गेट योर आंसर. ए दा स्क्वायर हो गया 9 न्यूटन्स प्लस बी दा स्क्वायर 16 न्यूटन्स प्लस 2ab हो गया आपका कोल 4 3 12 न्यूटन्स एंड cos थीटा आपका कोल गिवन है 60 डिग्रीज.
ਰਾਈਟ। cos 60 ਕਿੰਨਾ ਹੁੰਦਾ ਆਪਾਂ ਕੋਲ 1/2 ਰਾਈਟ। ਸੋ ਦਿਸ ਇਜ਼ 1/2 cos 60 1/2 ਇਹ ਵੀ ਤੁਸੀਂ 10th ਕਲਾਸ 'ਚ ਪੜ੍ਹਿਆ ਹੋਇਆ ਰਾਈਟ। ਟ੍ਰਿਗਨੋਮੈਟ੍ਰਿਕ ਟੇਬਲ ਸੀਗਾ, ਅਲੱਗ-ਅਲੱਗ ਐਂਗਲ ਸੀ, ਵੈਲਿਊ ਸੀਗੀਆਂ ਉਹ 'ਚ 0 30 45 90 ਰਾਈਟ। ਸੋ ਉਹ ਚੀਜ਼ ਨੂੰ ਆਪਾਂ ਇੱਥੇ ਯੂਜ਼ ਕਰ ਲਿਆ। 2 ਨਾਲ 2 ਇੱਥੇ ਕੈਂਸਲ ਆਊਟ ਹੀ ਹੋ ਜਾਏਗਾ ਐਂਡ ਯੂ ਵਿਲ ਗੈਟ r ਦੈਟ ਇਜ਼ ਇਕੁਅਲਸ ਟੂ, ਅੱਛਾ ਬਾਏ ਦ ਵੇ ਇੱਥੇ ਅੰਡਰ ਰੂਟ ਵੀ ਹੈ, ਉਹਨੂੰ ਨਾ ਭੁੱਲਿਓ ਰਾਈਟ। ਸੋ ਵੀ ਗੈਟ 9 + 16 is 25 + 12 ਦੈਟ ਮੀਨਸ ਜਿਹੜਾ ਆਪਾਂ ਕੋਲ ਰਿਜ਼ਲਟੈਂਟ ਆਇਆ ਉਹ ਕਿੰਨਾ ਆਇਆ 37 ਦਾ ਅੰਡਰ ਰੂਟ ਰਾਈਟ। ਸੋ ਜੇ ਅਪਰੋਕਸੀਮੇਟਲੀ ਆਪਾਂ ਗੱਲ ਕਰੀਏ 6 ਪੁਆਇੰਟ ਸਮਥਿੰਗ ਆਪਣੇ ਨਿਊਟਨਸ ਦੀ ਫੋਰਸ ਲੱਗ ਰਹੀ ਹੈ ਰਾਈਟ। ਆਲਦੋ ਤੁਸੀਂ ਇੱਥੇ ਛੱਡ ਸਕਦੇ ਹੋ 37 ਦਾ ਅੰਡਰ ਰੂਟ, ਦਿਸ ਇਜ਼ ਯੋਰ ਫਾਈਨਲ ਆਂਸਰ। ਬਟ ਜੇ ਥੋੜਾ ਲੈਟਸ ਸੇ ਇਸ ਚੀਜ਼ ਨੂੰ ਵਿਜ਼ੂਲਾਈਜ਼ ਕਰਨਾ ਹੈ ਕਿ ਅਪਰੋਕਸੀਮੇਟਲੀ ਕਿੰਨੇ ਨਿਊਟਨ ਦੀ ਫੋਰਸ ਲੱਗ ਰਹੀ ਹੈ, ਸੋ ਓਵਰਆਲ ਐਜ਼ ਦਿਸ ਮਚ ਰਾਈਟ। ਪ੍ਰੋਪਰਲੀ ਆਪਾਂ ਕੈਲਕੂਲੇਟ ਕਰ ਲੈਂਦੇ ਹਾਂ 37 ਦਾ ਅੰਡਰ ਰੂਟ ਇਟ ਇਜ਼ 6.08 ਰਾਈਟ। ਦਿਸ ਇਜ਼ ਯੋਰ ਐਗਜ਼ੈਕਟ ਆਂਸਰ। 6.08 ਨਿਊਟਨਸ ਦੀ ਫੋਰਸ ਲੱਗ ਰਹੀ ਹੈ ਇਸ ਬਲੌਕ ਦੇ ਉੱਤੇ। ਸੋ ਇਹ ਤਾਂ ਆਪਾਂ ਦੇਖਿਆ ਕਿ ਦੋ ਵੈਕਟਰਸ ਦਾ ਜਿਹੜਾ ਰਿਜ਼ਲਟੈਂਟ ਹੈ ਉਹਦਾ ਮੈਗਨੀਟਿਊਡ ਆਪਾਂ ਕਿਵੇਂ ਪਤਾ ਕਰ ਸਕਦੇ ਹਾਂ। ਬਟ ਮੈਗਨੀਟਿਊਡ ਤਾਂ ਆਪਾਂ ਪਤਾ ਕਰ ਲਿਆ, ਵੈਕਟਰ ਕੁਆਂਟੀਟੀਜ਼ ਦੀ ਡਾਇਰੈਕਸ਼ਨ ਵੀ ਹੁੰਦੀ ਹੈ ਰਾਈਟ। ਵੈਕਟਰਸ ਨੂੰ ਪ੍ਰੋਪਰਲੀ ਸਪੈਸੀਫਾਈ ਕਰਨ ਦੇ ਲਈ ਆਪਾਂ ਨੂੰ ਮੈਗਨੀਟਿਊਡ ਦੇ ਨਾਲ ਨਾਲ ਕਈ ਵਾਰੀ ਡਾਇਰੈਕਸ਼ਨ ਵੀ ਦੱਸਣੀ ਪਊਗੀ। ਕਈ ਵਾਰੀ ਮੈਂ ਕਿਉਂ ਕਹਿ ਰਿਹਾ, ਜੇ ਕੁਐਸਚਨ 'ਚ ਸਿਰਫ ਐਂਡ ਸਿਰਫ ਉਹਨੇ ਮੈਗਨੀਟਿਊਡ ਪੁੱਛੇ ਵੈਕਟਰ ਦਾ, ਦੈਨ ਤੁਸੀਂ ਨਾ ਮੈਂਸ਼ਨ ਕਰੋਗੇ ਡਾਇਰੈਕਸ਼ਨ, ਕੋਈ ਚੱਕਰ ਨਹੀਂ ਹੈ ਰਾਈਟ। ਬਟ ਜਨਰਲੀ ਸੇਇੰਗ ਯੈਸ ਇਫ ਇਟ ਇਜ਼ ਅ ਵੈਕਟਰ ਪ੍ਰੋਪਰਲੀ ਜੋ ਉਹਨੂੰ ਡਿਸਕ੍ਰਾਈਬ ਕਰਨਾ ਆਪਾਂ ਤਾਂ ਮੈਗਨੀਟਿਊਡ ਵੀ ਚਾਹੀਦੀ ਹੈ ਐਂਡ ਡਾਇਰੈਕਸ਼ਨ ਵੀ ਚਾਹੀਦੀ ਹੈ। ਕਈ ਵਾਰੀ ਤਾਂ ਸਪੈਸੀਫਿਕਲੀ ਕੁਐਸਚਨਸ 'ਚ ਮੈਂਸ਼ਨਡ ਹੋਊਗਾ ਕਿ ਮੈਗਨੀਟਿਊਡ ਦੇ ਨਾਲ ਨਾਲ ਡਾਇਰੈਕਸ਼ਨ ਵੀ ਦੱਸੋ, ਜਿਹੜਾ ਰਿਜ਼ਲਟੈਂਟ ਆਇਆ ਉਹਦੀ ਡਾਇਰੈਕਸ਼ਨ ਕਿਹੜੀ ਹੈ ਰਾਈਟ। ਹੁਣ ਦੇਖੋ ਡਾਇਰੈਕਸ਼ਨ ਆਪਾਂ ਕਿੱਦਾਂ, ਡਾਇਰੈਕਸ਼ਨ ਦਾ ਮਤਲਬ ਇਹ ਥੋੜੀ ਕਿ ਆਪਾਂ ਇੱਦਾਂ ਦੱਸਾਂਗੇ ਈਸਟ ਵੈਸਟ ਨੌਰਥ ਸਾਊਥ ਰਾਈਟ। ਡਾਇਰੈਕਸ਼ਨ ਦਾ ਮਤਲਬ ਕੀ ਹੈ ਕਿ ਜੇ ਆਪਾਂ ਨੂੰ ਲੈਟ ਸਪੋਜ਼ ਇਹ ਵੈਕਟਰ ਪਤਾ ਹੈ ਕਿ ਇਸ ਪਰਟੀਕੂਲਰ ਡਾਇਰੈਕਸ਼ਨ 'ਚ ਹੈ ਤਾਂ ਉਹਦੇ ਵਿਦ ਰਿਸਪੈਕਟ ਟੂ ਆਰ ਕਿੰਨੇ ਐਂਗਲ ਤੇ ਲੈਟ ਸੇ ਲਾਈ ਕਰ ਰਿਹਾ ਹੈ ਰਾਈਟ। ਔਰ ਆਈ ਕੈਨ ਸੇ ਇਨ ਸਿੰਪਲ ਵਰਡਸ ਆਈ ਕੈਨ ਸੇ ਕਿ ਆਹ ਜਿਹੜਾ ਐਂਗਲ ਹੈਗਾ ਇਹ ਕਿੰਨੇ ਡਿਗਰੀਜ਼ ਦਾ ਐਂਗਲ ਹੈ ਰਾਈਟ। ਇਹ ਆਪਾਂ ਪਤਾ ਕਰਨਾ ਹੈ। ਸੋ ਆਪਾਂ ਮੰਨ ਕੇ ਚੱਲਦੇ ਹਾਂ ਇਹਨੂੰ ਵੀ ਕੋਈ ਆਪਾਂ ਐਂਗਲ ਦੇ ਦਿੰਦੇ ਹਾਂ, ਲੈਟਸ ਕਾਲ ਇਟ ਐਲਫਾ। ਇਹ ਧਿਆਨ ਦੇਣਾ ਹੈ ਆਹ ਟੋਟਲ ਐਂਗਲ ਸੀਗਾ ਦੈਟ ਵਾਸ ਥੀਟਾ ਠੀਕ ਹੈ। ਆਹ ਜਿਹੜਾ ਹੁਣ ਰਿਜ਼ਲਟੈਂਟ ਕਿੰਨਾ ਐਂਗਲ ਫਾਰਮ ਕਰ ਰਿਹਾ ਇਹ ਵੈਕਟਰ ਦੇ ਨਾਲ, ਇਹਨੂੰ ਆਪਾਂ ਜਿਹੜਾ ਐਂਗਲ ਦਾ ਨੇਮ ਦਿੱਤਾ ਹੈ ਦੈਟ ਇਜ਼ ਐਲਫਾ ਠੀਕ ਹੈ। ਸੋ ਜੇ ਆਪਾਂ ਨੂੰ ਇਹ ਐਲਫਾ ਪਤਾ ਲੱਗ ਜਾਂਦਾ ਲੈਟਸ ਸਪੋਜ਼ 10 ਡਿਗਰੀ 15 ਡਿਗਰੀ ਸੋਲਵ ਕਰਕੇ ਕਿਸੇ ਵੀ ਪਰਟੀਕੂਲਰ ਨਿਊਮੈਰੀਕਲ 'ਚ, ਫਿਰ ਆਪਾਂ ਨੂੰ ਪਤਾ ਲੱਗ ਜਾਊਗਾ ਕਿ ਅੱਛਾ ਇਹ ਵੈਕਟਰ ਦੇ ਵਿਦ ਰਿਸਪੈਕਟ ਟੂ ਕਿੰਨੇ ਡਿਗਰੀਜ਼ ਐਂਗਲ ਦੇ ਉੱਤੇ ਇਹ ਆਰ ਵੈਕਟਰ ਲਾਈ ਕਰ ਰਿਹਾ ਹੈ। ਗੋਟ ਇਟ। ਸੋ ਦੇਖਦੇ ਹਾਂ ਇਸ ਐਲਫਾ ਐਂਗਲ ਨੂੰ ਆਪਾਂ ਕਿੱਦਾਂ ਫਾਈਂਡ ਕਰ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਤਾਂ ਆਲਰੇਡੀ ਆਪਾਂ ਨੇਮਿੰਗ ਦਿੱਤੀ ਸੀ, ਮੈਂ ਉਹ ਲਿਖ ਰਿਹਾ। ਮੈਂ ਡਾਇਗਰਾਮ ਇੱਥੇ ਇਰੇਜ਼ ਕਰਤਾ ਸੀ ਬਿਕੋਜ਼ ਦਿਸ ਵਾਜ਼ ਬੀ ਵੈਕਟਰ। ਇਹ ਐਂਗਲ ਆਪਾਂ ਕੋਲ ਥੀਟਾ ਸੀਗਾ, ਤੇ ਆਹ ਲੈਂਥ ਆਪਾਂ ਆਲਰੇਡੀ ਕੈਲਕੂਲੇਟ ਕੀਤੀ ਸੀਗੀ। ਆਹ ਵਾਲੀ ਲੈਂਥ ਆਪਾਂ ਕੋਲ ਆਈ ਸੀ ਬੀ ਕੋਸ ਥੀਟਾ, ਆਹ ਲੈਂਥ ਆਈ ਸੀਗੀ ਆਪਾਂ ਕੋਲ ਬੀ ਸਾਈਨ ਥੀਟਾ। ਹੁਣ ਆਪਾਂ ਫਾਈਂਡ ਕਰਨਾ ਹੈ ਐਂਗਲ ਐਲਫਾ। ਬਹੁਤ ਈਜ਼ੀ ਹੈ, ਇਹਦੇ ਲਈ ਬਹੁਤ ਲੰਬੀ ਚੌੜੀ ਕੈਲਕੂਲੇਸ਼ਨ ਨਹੀਂ ਹੈ, ਬਹੁਤ ਛੋਟੀ ਜਿਹੀ ਕੈਲਕੂਲੇਸ਼ਨ ਹੈ ਰਾਈਟ। ਜਸਟ ਯੂ ਹੈਵ ਟੂ ਕੈਲਕੂਲੇਟ ਟੈਨ ਐਲਫਾ ਰਾਈਟ। ਬਿਕੋਜ਼ ਦੇਖੋ ਜਦੋਂ ਤੁਸੀਂ ਟੈਨ ਐਲਫਾ ਕੈਲਕੂਲੇਟ ਕਰੋਗੇ, ਟੈਨ ਐਲਫਾ ਕੀ ਹੁੰਦਾ ਆਪਾਂ ਕੋਲ ਪਰਪੈਂਡੀਕੂਲਰ ਬਾਈ ਬੇਸ। ਆਹ ਵਾਲੀ ਟ੍ਰਾਇੰਗਲ ਨੂੰ ਜ਼ਰਾ ਗੌਰ ਕਰੋ ਰਾਈਟ, ਟ੍ਰਾਇੰਗਲ EFG, ਉਹਦੇ ਵਿੱਚ ਆਪਾਂ ਨੂੰ ਪਤਾ ਆ ਐਂਗਲ ਐਲਫਾ ਬਣ ਰਿਹਾ। ਸੋ ਪਰਪੈਂਡੀਕੂਲਰ ਕਿਹੜਾ ਹੋਊਗਾ, ਪਰਪੈਂਡੀਕੂਲਰ ਵਿਲ ਬੀ FG ਜੋ ਆਪਾਂ ਨੂੰ ਆਲਰੇਡੀ ਪਤਾ ਕਿੰਨਾ B ਸਾਈਨ ਥੀਟਾ ਡਿਵਾਈਡਡ ਬਾਈ ਬੇਸ। ਬੇਸ ਆਪਾਂ ਕੋਲ ਪੂਰਾ ਜੋ ਆਪਾਂ ਆਲਰੇਡੀ ਕੈਲਕੂਲੇਟ ਕਰ ਹੀ ਚੁੱਕੇ ਹਾਂ ਰਾਈਟ। ਸਮਝ ਰਹੇ ਹੋ ਨਾ ਟੈਨ ਐਲਫਾ ਕਿਉਂ ਲਿੱਤਾ, ਬਿਕੋਜ਼ ਪਰਪੈਂਡੀਕੂਲਰ ਵੀ ਆਪਾਂ ਨੂੰ ਪਤਾ ਹੈ, ਬੇਸ ਵੀ ਆਲਰੇਡੀ ਪਤਾ ਆਪਾਂ ਨੂੰ, ਦੋਨੋਂ ਵੈਲਿਊਜ਼ ਆਪਾਂ ਨੂੰ ਪਤਾ ਨੇ, ਇਸ ਕਰਕੇ ਆਪਾਂ ਕੁਛ ਇੱਦਾਂ ਦੀ ਪਰਟੀਕੂਲਰ ਕੁਆਂਟੀਟੀ ਨੂੰ ਚੂਜ਼ ਕੀਤਾ। ਸੋ B ਸਾਈਨ ਥੀਟਾ ਡਿਵਾਈਡਡ ਬਾਈ ਬੇਸ। ਬੇਸ ਆਪਾਂ ਕੋਲ ਕਿੰਨਾ ਆ ਜਾਏਗਾ ਟੋਟਲ, ਇਟ ਵਿਲ ਬੀ A ਪਲੱਸ B cos ਥੀਟਾ। ਸੋ ਦਿਸ ਇਜ਼ ਆਵਰ ਰਿਜ਼ਲਟ ਫੋਰ ਦਾ ਡਾਇਰੈਕਸ਼ਨ। ਬਿਕੋਜ਼ ਜੇ ਆਹ ਸਾਰਾ ਕੁਛ ਆਪਾਂ ਕੈਲਕੂਲੇਟ ਕਰ ਲੈਂਦੇ ਹਾਂ ਤਾਂ ਆਪਾਂ ਨੂੰ ਟੈਨ ਐਲਫਾ ਪਤਾ ਲੱਗ ਜਾਊਗਾ। ਐਂਡ ਜੇ ਆਪਾਂ ਨੂੰ ਟੈਨ ਐਲਫਾ ਪਤਾ ਲੱਗ ਗਿਆ ਉੱਥੋਂ ਆਪਾਂ ਐਲਫਾ ਪਤਾ ਕਰ ਸਕਦੇ ਹਾਂ ਕਿ ਆਹ ਐਂਗਲ ਕਿੰਨਾ ਹੈ ਰਾਈਟ। ਸੋ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਆਰ ਵੈਕਟਰ ਇਹ ਵੈਕਟਰ ਦੇ ਕੰਪੈਰੀਜ਼ਨ 'ਚ ਕਿੰਨੇ ਐਂਗਲ ਦੇ ਉੱਤੇ ਲਾਈ ਕਰ ਰਿਹਾ, ਆਪਾਂ ਨੂੰ ਡਾਇਰੈਕਸ਼ਨ ਪਤਾ ਲੱਗ ਗਈ ਠੀਕ ਹੈ। ਸੋ ਇਹਦੇ ਲਈ ਵੀ ਇੱਕ ਨਿਊਮੈਰੀਕਲ ਨੂੰ ਆਪਾਂ ਟਰਾਈ ਕਰਕੇ ਦੇਖਦੇ ਹਾਂ ਕਿ ਕਿਸ ਤਰੀਕੇ ਨਾਲ ਆਪਾਂ ਡਾਇਰੈਕਸ਼ਨ ਨੂੰ ਫਾਈਂਡ ਕਰ ਸਕਦੇ ਹਾਂ ਇਸ ਪਰਟੀਕੂਲਰ ਫਾਰਮੂਲੇ ਨੂੰ ਯੂਜ਼ ਕਰਕੇ। ਇਸੇ ਨਿਊਮੈਰੀਕਲ ਦੇ ਨਾਲ ਟਰਾਈ ਕਰਦੇ ਹਾਂ ਜੋ ਆਪਾਂ ਪਹਿਲਾਂ ਕੈਲਕੂਲੇਟ ਕੀਤਾ ਸੀਗਾ। ਆਪਾਂ ਰਿਜ਼ਲਟੈਂਟ ਫਾਈਂਡ ਕੀਤਾ ਸੀਗਾ 6.08 ਨਿਊਟਨਸ ਰਾਈਟ। ਮੰਨ ਲਓ ਇਹਦੇ ਨਾਲ ਆ ਵੀ ਕਿਆ ਹੁੰਦਾ ਕਿ ਫਾਈਂਡ ਦ ਰਿਜ਼ਲਟੈਂਟ ਫੋਰਸ ਐਜ਼ ਵੈਲ ਐਜ਼ ਇਟਸ ਡਾਇਰੈਕਸ਼ਨ। ਫਿਰ ਆਪਾਂ ਨੂੰ ਡਾਇਰੈਕਸ਼ਨ ਵੀ ਫਾਈਂਡ ਕਰਨੀ ਪੈਣੀ ਸੀਗੀ ਰਾਈਟ। ਆਲਦੋ ਕਿਆ ਨਹੀਂ ਹੈਗਾ ਬਟ ਸਟਿਲ ਆਪਾਂ ਫੋਰ ਦ ਲਰਨਿੰਗ ਕੈਲਕੂਲੇਟ ਕਰਕੇ ਦੇਖਦੇ ਹਾਂ ਕਿ ਡਾਇਰੈਕਸ਼ਨ ਕੀ ਹੈ ਇੱਥੇ ਆਰ ਦੀ ਰਾਈਟ। ਕਿੱਦਾਂ ਪਤਾ ਲੱਗੂਗੀ ਯੂਜ਼ਿੰਗ ਦਿਸ ਨਿਊਮੈਰੀਕਲ ਰਾਈਟ। ਸੋ ਇਸੇ ਫਾਰਮੂਲਾ ਨੂੰ ਆਪਾਂ ਪਹਿਲਾਂ ਲਿਖਦੇ ਹਾਂ ਟੈਨ ਐਲਫਾ ਦੈਟ ਵਿਲ ਬੀ ਇਜ਼ ਇਕੁਅਲਸ ਟੂ ਜਿਹੜਾ ਆਪਾਂ ਕੋਲ ਪੂਰਾ ਵੈਲਿਊ ਹੈਗੀ ਹੈ B ਸਾਈਨ ਥੀਟਾ divided by A plus B cos theta ਰਾਈਟ। ਇਹ ਰਿਜ਼ਲਟ ਅਗੇਨ ਥੋੜਾ ਜਿਹਾ ਤੁਹਾਨੂੰ ਮੈਮੋਰਾਈਜੇਸ਼ਨ ਕਰਨੀ ਪਏਗੀ, ਕਨਸੈਪਟ ਵੀ ਪਤਾ ਹੋਣਾ ਚਾਹੀਦਾ ਐਂਡ ਆਫਕੋਰਸ ਐਂਡ ਰਿਜ਼ਲਟ ਵੀ ਤੁਹਾਡੇ ਮਾਈਂਡ 'ਚ ਐਸਾ ਹੋਣਾ ਚਾਹੀਦਾ ਸੋ ਦੈਟ ਨਿਊਮੈਰੀਕਲ ਜਦੋਂ ਆਵੇ ਡਾਇਰੈਕਟਲੀ ਤੁਸੀਂ ਫਾਰਮੂਲੇ ਨੂੰ ਯੂਜ਼ ਕਰਕੇ ਉਹਨੂੰ ਲੈਟਸ ਸੇ ਉਹਦਾ ਆਨਸਰ ਫਾਈਂਡ ਕਰ ਸਕੋ
ਰਾਈਟ, ਬਿਕੋਜ਼ ਉੱਥੇ ਆ ਤਾਂ ਤੁਸੀਂ ਕਰੋਗੇ ਨਹੀਂ, ਜਦੋਂ ਲੈਟਸ ਸੇ ਇੱਦਾਂ ਦਾ ਨੂਮੈਰੀਕਲ ਆ ਗਿਆ ਪੂਰੀ ਤੁਸੀਂ ਡੈਰੀਵੇਸ਼ਨ ਕਰਨ ਤਾਂ ਬੈਠਣ ਨਹੀਂ ਲੱਗੇ, ਬਿਕੋਜ਼ ਇਟ ਵਿਲ ਟੇਕ ਅ ਲੋਟ ਆਫ ਟਾਈਮ, ਰਾਈਟ। ਸੋ ਕੁਛ ਨਾ ਕੁਛ ਮੈਮੋਰਾਈਜੇਸ਼ਨ ਤਾਂ ਜ਼ਰੂਰ ਕਰਨੀ ਪੈਂਦੀ ਹੈ, ਚਾਹੇ ਉਹ ਕੋਈ ਵੀ ਸਬਜੈਕਟ ਹੈ, ਮੈਥਮੈਟਿਕਸ, ਫਿਜ਼ਿਕਸ, ਕੈਮਿਸਟਰੀ, ਰਾਈਟ। ਲੇਕਿਨ ਫਿਜ਼ਿਕਸ 'ਚ ਮੈਂ ਮੰਨਦਾ ਸਭ ਤੋਂ ਘੱਟ ਮੈਮੋਰਾਈਜੇਸ਼ਨ ਕਰਨ ਦੀ ਲੋੜ ਹੁੰਦੀ ਹੈ। ਮੋਸਟਲੀ ਜਿਹੜਾ ਪਾਰਟ ਹੈਗਾ ਨਾ ਫਿਜ਼ਿਕਸ 'ਚ, ਦੈਟ ਇਜ਼ ਕਨਸੈਪਟ ਬੇਸਡ, ਰਾਈਟ। ਬਸ ਹਾਂ ਥੋੜ੍ਹੇ ਬਹੁਤ ਨੂਮੈਰੀਕਲਸ ਦੇ ਲਈ ਤੁਹਾਨੂੰ ਮੈਮੋਰਾਈਜੇਸ਼ਨ ਚਾਹੀਦੀ ਹੁੰਦੀ ਹੈ, ਜਿਹੜੇ ਉਹਦੇ ਐਂਡ ਰਿਜ਼ਲਟ ਨੇ, ਠੀਕ ਹੈ। ਸੋ ਦੇਖਦੇ ਹਾਂ ਇਹਦੇ ਅਕੋਰਡਿੰਗਲੀ ਆਪਾਂ ਕਿੱਦਾਂ ਐਂਗਲ ਨੂੰ ਫਾਈਂਡ ਕਰਦੇ ਹਾਂ। ਸੋ ਆਈ ਕੈਨ ਰਾਈਟ tan alpha that is b into sin theta। b ਆਪਾਂ ਕੋਲ ਹੈਗਾ 4 ਨਿਊਟਨਸ ਐਂਡ sin 60 divided by a, that is 3 plus b cos theta, that will be b 4 into cos 60, ठीक है। सो इस पर्टिकुलर चीज़ की आप वैल्यू बस फाइंड आउट कर लें, दैट विल बी अवर आंसर, राइट। सो आई गेट tan alpha that is equals to 4 into sin 60। sin 60 कितना होंगे आप कोल √3/2 divided by 3 plus 4 into cos 60। cos 60 is 1/2। सो आप को इतने कितना आ जाऊगा, बस इन्हें सॉल्व करो एंड दैट इज़ अवर आंसर, राइट। ऊपर कैंसलेशन हो रही है ये, वी गेट 2/3 डिवीजन जो आप आ जाएगा 3 + 2, है ना, दैट मीनस 5। बस आ चीज़ आप आ गया tan alpha। ओवरऑल जो आप अल्फा मैंशन करना है तो आप सिंपली की करना होंगे, tan इस साइड ले आके बस इनवर्स कर देना है क्वांटिटी का, दैट मीनस अल्फा कैन बी रिटन एज tan इनवर्स 2/3/5। दिस इज़ योर ओवरऑल आंसर। अच्छा, इतने एक होर चीज़ का तुसीं स्पैशल ध्यान देना, दैट इज़ कि जो भी तुसीं इदां अल्फा लिखना है, एंगल जी डायरैक्शन तुसीं कैलकुलेट की है, एक तो इत्थे मैंशन कर दो कि दिस एंगल इज़ विद रिस्पैक्ट टू ए वैक्टर, राइट। एंड सब तो उपर सॉल्व करने तो पहला ये मैंशन कर दियो कि ए वैक्टर तुसीं किन्नू कंसीडर करके चल रहे हो 3 न्यूटन्स वाले नू, एंड बी वैक्टर किन्नू मन्निया होया 4 न्यूटन्स वाले नू। सो दैट एग्जामिनर नू पता लगे कि जिहड़ा ए वाला एंगल हैगा इन्हां दोनां विच्चों किहड़ी वाली मैगनीट्यूड दे वैक्टर दे नाल है, 3 न्यूटन्स वाले वैक्टर दे नाल या 4 न्यूटन्स वाले वैक्टर दे नाल, राइट। मैं इदां क्यों कह रहा, देखो बिकॉज जिहड़ा अपना ये अल्फा एंगल हुंदा ये आर वैक्टर एंड ए वैक्टर दे विच दा एंगल हुंदा। अल्फा लिटरली यही दस रहा है कि आर वैक्टर ए वैक्टर दे नाल कितना एंगल बना रहा। आपां ए वैक्टर इत्थे किन्नू मन्निया होया 3 न्यूटन्स। सो अपना जिहड़ा आ वाला एंगल आया ये 3 न्यूटन्स दे नाल कितना एंगल है वो आया है। सिमिलरली लेट्स सपोज कोई दूसरा स्टूडेंट है वो उल्टा करदा, वो 3 न्यूटन्स नू की कंसीडर करदा बी वैक्टर एंड 4 न्यूटन्स नू की करदा ए वैक्टर। उसका आंसर डिफरेंट आना सी, खुद सॉल्व करके देख लियो चाहे, बिकॉज वो केस से tan अल्फा की बनूगा, tan अल्फा की बन जाएगा 3 into √3/2 डिवाइडेड बाई 4 + 3 into 1/2 एंड ऑफकोर्स इनू सॉल्व करके आंसर कुछ हो रहेगा, राइट। इदा नहीं है कि ये आंसर सही है या ये आंसर सही है, या फिर आप कह दिए कि आ वाला गलत है या वो गलत है, दोनों ही सही ने। बट इस चीज़ का जरूर ध्यान रखियो कि जिदा भी तुम सॉल्व कर रहे हो लास्ट एक ता जरूर मैंशन करना है कि दिस एंगल इज़ विद रिस्पैक्ट टू ए वैक्टर, ऑलवेज ए वैक्टर के नाल ही होगा। सैकेंडली आ सब तो उपर मैंशन कर देना कि ए वैक्टर एंड बी वैक्टर तुसी कंसीडर किन्नू किता होया। इदा तुसी जो लिखता डायग्रामेटिकली शो करता दैन तुहाडा कितों भी मार्क्स लेट्स से एग्जामिनर कट नहीं कर सकता, ठीक है। दो वैक्टर्स आपस एडअप करने का जो सैकेंड मैथड आप कोल हुंदा दैट इज़ कॉल्ड द ट्रायंगल ऑफ वैक्टर एडिशन। दोनों वैक्टर्स नू दैट मीनस आप इस तरीके नाल कनैक्ट करिए कि पहले वैक्टर का हैड दूसरे वैक्टर की टेल के नाल कनैक्टेड होवे। इट वोंट मैटर चाहे तुसी इस तरीके नाल एडअप करो, चाहे जो ऑलरेडी आप कीता पैरेललोग्राम लॉ ऑफ वैक्टर एडिशन, एंड रिजल्ट आप कोल एग्जैक्टली सेम आंदा है एंड डेरिवेशन भी एग्जैक्टली इक्वल है, राइट। कुछ डिफरेंस नहीं है। देखो अगेन मानते हैं दिस इज़ ए वैक्टर, दिस वन इज़ बी वैक्टर, दोनों का जो रिजल्टेंट होगा वो आ वाला होगा, राइट। जस्ट आप इस पॉइंट नू इस पॉइंट नाल कनैक्ट करना होंदा ट्रायंगल ऑफ वैक्टर एडिशन से। दिस इज़ द आर वैक्टर, ये अपना ओवरऑल रिजल्टेंट है, राइट। जिहड़ा तो रिजल्टेंट ए वैक्टर दे नाल एंगल बना रहा सीगा उन्होंने आप अल्फा मान के चले सी, राइट। एंड की कीता सी आपां इनू ए वैक्टर नू एक्सटेंड कीता सीगा एंड इत्थे जो एंगल बन रहा सीगा उन्होंने आपां थीटा कंसीडर किया होया सीगा, है ना। एंड इत्थे आपां एक परपेंडिकुलर ड्रॉ किया सीगा। ये सारा कुछ मैं की कह रहा जो आपां परपेंडिकुलर सॉरी पैरेललोग्राम लॉ ऑफ वैक्टर एडिशन किया वो आपां कंस्ट्रक्शन की सीगी, राइट। दिस वन ये आपां ऑलरेडी डिस्कस करके आए हैं, जो वो वाला मैं डायग्राम इत्थे शो किया पैरेललोग्राम लॉ ऑफ वैक्टर एडिशन वाला, राइट। You can clearly see this is the triangle law of vector addition, this is the parallelogram law of vector addition। डायग्राम ऑलमोस्ट सेम है, की फर्क है सिर्फ एक आ वाले वैक्टर का, सिर्फ एक आ वाले वैक्टर का। ओवरऑल कोई डिफरेंस नहीं दिखूगा तुहानू, है ना। ऑफकोर्स डिफरेंस है भी नहीं है बल्कि, राइट। जस्ट एक आ चीज़ नू जरा भूल जाओ एंड जी आ वाली वैक्टर है इनू भूल जाओ, बोथ द डायग्राम्स आर कंप्लीटली एग्जैक्टली सेम, है ना। सो ऑफकोर्स जो यदि आप डेरिवेशन भी करनी है जो अपना पूरा प्रोसैस रहने वाला वो एग्जैक्टली सेम रहूगा जो प्रोसैस आप पैरेललोग्राम लॉ ऑफ वैक्टर एडिशन दे वाली फॉलो किया सीगा।
ਐਂਡ ਐਂਡ ਰਿਜ਼ਲਟ ਵੀ ਆਪਣਾ ਸੇਮ ਆਊਗਾ ਇਹਦੇ ਕੇਸ 'ਚ ਵੀ। ਸੋ ਆਪਣਾ ਰਿਜ਼ਲਟੈਂਟ ਜਿਹੜਾ ਹੈਗਾ ਇਟ ਵਿਲ ਬੀ a ਸਕੁਅਰ ਪਲੱਸ b ਸਕੁਅਰ ਪਲੱਸ 2ab cos ਥੀਟਾ ਇਹਦਾ ਅੰਡਰ ਰੂਟ, ਰਾਈਟ। ਇਹਦੀ ਡੈਰੀਵੇਸ਼ਨ ਬਾਏ ਦ ਵੇ ਬੁੱਕ 'ਚ ਮੈਂਸ਼ਨਡ ਹੈ ਐਂਡ ਜਿਹੜੇ ਮੈਂ ਨੋਟਸ ਤੁਹਾਨੂੰ ਪ੍ਰੋਵਾਈਡ ਕਰੂੰਗਾ ਉਹਦੇ ਵਿੱਚ ਵੀ ਮੈਂਸ਼ਨਡ ਹੈ, ਠੀਕ ਹੈ। ਇਸ ਵੀਡੀਓ 'ਚ ਆਪਾਂ ਕਵਰ ਨਹੀਂ ਕਰਦੇ, ਅਦਰਵਾਈਜ਼ ਵੀਡੀਓ ਬਹੁਤ ਲੈਂਥੀ ਹੋ ਜਾਣੀ ਹੈ, ਬਿਕੋਜ਼ ਇਟ ਇਜ਼ ਐਗਜ਼ੈਕਟਲੀ ਇਕੁਅਲ, ਕੁਛ ਵੀ 1% ਵੀ ਡਿਫਰੈਂਸ ਨਹੀਂ ਹੈਗਾ, ਰਾਈਟ। ਕੱਲਾ ਸਟੈਪ ਸੇਮ ਹੈ। ਸਿਮਿਲਰਲੀ ਜਿਹੜਾ ਆਪਣਾ ਐਂਗਲ ਡਾਇਰੈਕਸ਼ਨ ਨੂੰ ਦੱਸਣ ਦੇ ਲਈ ਆਪਾਂ tan ਅਲਫਾ ਕੈਲਕੂਲੇਟ ਕੀਤਾ ਸੀਗਾ, ਉਹਦਾ ਫਾਰਮੂਲਾ ਵੀ ਐਗਜ਼ੈਕਟਲੀ ਸੇਮ ਆਊਗਾ। tan ਅਲਫਾ ਦੈਟ ਇਜ਼ ਇਕੁਅਲਸ ਟੂ b sin ਥੀਟਾ ਡਿਵਾਈਡਡ ਬਾਈ a ਪਲੱਸ b cos ਥੀਟਾ, ਠੀਕ ਹੈ। ਸੋ ਆਹ ਦੋਨੋਂ ਆਪਣੇ ਫਾਰਮੂਲੇ ਦੋਨਾਂ ਹੀ ਕੇਸਿਸ ਦੇ ਵਿੱਚ ਆਹੀ ਦੋਨੋਂ ਫਾਰਮੂਲੇ ਰਹਿਣੇ ਨੇ। ਦਿਸ ਇਜ਼ ਫॉर द मैग्नीट्यूड एंड दिस इज़ फॉर द डायरेक्शन, ठीक है। सो आई होप ट्रायंगल लॉ ऑफ फैक्टर एडिशन एंड ਜਿਹੜਾ ਪੈਰਲੈਲੋਗ੍ਰਾਮ लॉ ऑफ फैक्टर एडिशन है ਉਹਦੀ ਤੁਹਾਨੂੰ ਕਲੈਰਿਟੀ ਹੋਈ ਹੋਊਗੀ, ठीक है। ਇਹਦੇ ਰਿਗਾਰਡਿੰਗ ਕੋਈ ਵੀ ਜੇ ਡਾਊਟ ਹੈ ਤਾਂ ਪਲੀਜ਼ ਮੈਸੇਜ ਜਾਂ ਕਾਲ ਕਰਕੇ ਮੈਨੂੰ ਜ਼ਰੂਰ ਪੁੱਛ ਲਿਓ, ਬਿਕੋਜ਼ ਬਹੁਤ ਜ਼ਿਆਦਾ ਇੰਪੋਰਟੈਂਟ ਟੌਪਿਕ ਹੈਗਾ। ਡਾਊਟਸ ਇੱਥੇ ਜੇ ਰਹੂਗੇ ਤੁਹਾਡੇ, ਅਗਲੇ ਟੌਪਿਕਸ ਤੁਹਾਨੂੰ ਬਿਲਕੁਲ ਸਮਝ ਨਹੀਂ ਲੱਗਣੇ, ਇਹ ਗਾਰੰਟੀ ਹੈ, ਠੀਕ ਹੈ। ਬਟ ਹਾਂ ਇਹ ਵੀ ਗਾਰੰਟੀ ਹੈ ਜੇ ਆਹ ਬੇਸਿਕਸ ਤੁਹਾਨੂੰ ਪ੍ਰੋਪਰਲੀ ਸਮਝ ਲੱਗ ਗਏ, ਇੱਥੇ ਤੁਹਾਨੂੰ ਕੋਈ ਡਾਊਟ ਨਾ ਰਹਿ ਗਿਆ, ਫਿਰ ਅਗਲੇ ਜਿੰਨੇ ਵੀ ਟੌਪਿਕਸ ਨੇ ਉਹ ਵੀ ਬਹੁਤ ਈਜ਼ੀ ਨੇ, ਠੀਕ ਹੈ। ਸੋ ਕੋਈ ਵੀ ਡਾਊਟ ਹੈ ਮੈਸੇਜ ਕਰੋ ਜਾਂ ਮੈਨੂੰ ਕਾਲ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ, ਠੀਕ ਹੈ।